ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਰੇਤੇ ਦੀ, ਮਾਈਨਿੰਗ ਦੀ, ਬਜਰੀ ਦੀ ਤੇ ਉਸ ਦੇ ਉੱਤੇ ਹੁੰਦੀ ਬਵਾਲ ਦੀ। ਜੀ ਹਾਂ, ਰੇਤੇ ਦੇ ਉੱਤੇ ਬਵਾਲ ਤਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਸਮੇਂ ਪੰਜਾਬ ਦੇ ਵਿੱਚ ਰੇਤੇ ਦੀ ਚਰਚਾ ਹੋ ਰਹੀ ਹੈ ਦੋ ਵਜ੍ਹਾ ਦੇ ਨਾਲ। ਇੱਕ ਹੈ 5.5 ਰੁਪਏ ਪ੍ਰਤੀ ਫੁੱਟ, ਜੋ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ 33 ਖੱਡਾਂ ਜਨਤਕ ਕਰ ਦਿੱਤੀਆਂ, ਲੋਕ ਜਾ ਕੇ ਉੱਥੋਂ 5.5 ਰੁਪਏ ਰੇਤਾ ਲੈ ਸਕਦੇ ਨੇ। ਤੇ ਦੂਜੀ ਚਰਚਾ ਦਾ ਵਿਸ਼ਾ ਮਾਈਨਿੰਗ ਬਣਿਆ ਹੋਇਆ ਹੈ, ਜੋ ਇਲਜ਼ਾਮ ਲੱਗ ਰਹੇ ਨੇ ਖਾਸ ਤੌਰ ਤੇ ਇੱਕ ਠੇਕੇਦਾਰ ਨੂੰ ਲੈ ਕੇ। ਨਾਮ ਹੈ ਰਾਕੇਸ਼ ਚੌਧਰੀ। ਰਾਕੇਸ਼ ਚੌਧਰੀ ਟੀਵੀ ਦੇ ਉੱਤੇ ਆਉਂਦਾ ਹੈ, ਨਿਊਜ਼ 18 ਨਾਲ ਗੱਲਬਾਤ ਕਰਦਾ, ਆਪਣੀ ਸਫਾਈ ਦਿੰਦਾ ਹੈ ਕਿ ਮੈਨੂੰ ਤਾਂ ਕਦੇ ਭਗੌੜਾ ਐਲਾਨਿਆ ਨਹੀਂ ਗਿਆ, ਪਰ ਚੌਧਰੀ ਦੇ ਨਾਮ ਦੇ ਉੱਤੇ ਇਸ ਸਮੇਂ ਸਿਆਸੀ ਬਵਾਲ ਜ਼ਰੂਰ ਹੋ ਰਿਹਾ ਹੈ। ਤੇ ਇਸ ਸਿਆਸੀ ਬਵਾਲ ਦੇ ਵਿਚਾਲੇ ਆਮ ਆਦਮੀ ਪਾਰਟੀ ਤੇ ਦੂਜੇ ਪਾਸੇ ਨੇ ਬਿਕਰਮ ਮਜੀਠੀਆ, ਜੋ ਵਾਰ ਪਲਟਵਾਰ ਕਰ ਰਹੇ ਨੇ। ਤਾਂ ਅੱਜ ਪ੍ਰਾਈਮ ਟਾਈਮ ਦੇ ਵਿੱਚ ਚਰਚਾ ਇਸ ਮੁੱਦੇ ਉੱਤੇ ਹੀ ਕਿ ਰਾਕੇਸ਼ ਚੌਧਰੀ ਦੇ ਮੁੱਦੇ ਉੱਤੇ ਜੋ ਵਾਰ ਪਲਟਵਾਰ ਹੋ ਰਿਹਾ ਹੈ, ਉਸ ਦਾ ਸੱਚ ਕੀ ਹੈ। ਕਿ ਵਾਕਈ ਹੀ ਠੇਕਾ ਐਕਸਟੈਂਡ ਕਰ ਦਿੱਤਾ ਗਿਆ, ਜਾਂ ਫਿਰ ਕਿ ਅਦਾਲਤ ਦੇ ਵਿੱਚ ਕੁਝ ਵੱਖਰਾ ਸਟੈਂਡ ਸੀ ਤੇ ਬਾਹਰ ਕੁਝ ਵੱਖਰਾ ਸੀ। ਤੇ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਜੇ ਰਾਕੇਸ਼ ਚੌਧਰੀ ਦਾ ਜ਼ਿਕਰ ਹੋ ਰਿਹਾ ਹੈ ਤਾਂ ਇਹ ਚੌਧਰੀ ਹੈ ਕਿਸ ਦਾ ਚਹੇਤਾ। ਕਿ ਬਾਕੀ ਸਾਬਕਾ ਸਰਕਾਰਾਂ ਦੇ ਸਮੇਂ ਚੌਧਰੀ ਦਾ ਨਾਮ ਬਣਿਆ ਜਾਂ ਮੌਜੂਦਾ ਸਮੇਂ, ਇਸ ਨੂੰ ਲੈ ਕੇ ਵੀ ਇਸ ਸਮੇਂ ਬਵਾਲ ਖੂਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਜ਼ਿਕਰ ਤੇ ਚਰਚਾ ਇਸ ਮੁੱਦੇ ਉੱਤੇ ਹੀ ਸ਼ੁਰੂਆਤ ਇੱਕ ਰਿਪੋਰਟ ਦੇ ਨਾਲ ਕਰਨ ਜਾ ਰਹੇ ਹਾਂ, ਕਿਉਂਕਿ ਪਿਛਲੇ 3 ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਇੱਕ ਤੋਂ ਬਾਅਦ ਇੱਕ ਕੀਤੀਆਂ ਗਈਆਂ। ਬਿਕਰਮ ਮਜੀਠੀਆ ਨੇ ਕੀਤੀ, ਤਾਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਨੇ ਵੀ ਕੀਤੀਆਂ। ਫਿਰ ਰਾਕੇਸ਼ ਚੌਧਰੀ ਨਿਊਜ਼ 18 ਦੇ ਉੱਤੇ ਆ ਕੇ ਆਪਣਾ ਪੱਖ ਰੱਖਦੇ ਨੇ। ਉਸ ਤੋਂ ਬਾਅਦ ਬਿਕਰਮ ਮਜੀਠੀਆ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਇਲਜ਼ਾਮ ਨੇ ਉਹਨਾਂ ਦੇ ਉੱਤੇ ਅੱਗੇ ਦੀ ਗੱਲ ਕਰਦੇ ਨੇ, ਜਾਂ ਕਹੀਏ ਕਿ ਕਹਿੰਦੇ ਨੇ ਕਿ ਰਾਕੇਸ਼ ਚੌਧਰੀ ਨੇ ਆਪਣੇ ਬਿਆਨਾਂ ਦੇ ਵਿੱਚ ਮੇਰੇ ਇਲਜ਼ਾਮਾਂ ਦੇ ਉੱਤੇ ਮੋਹਰ ਲਗਾ ਦਿੱਤੀ। ਅੱਜ ਚਰਚਾ ਹੋਏਗੀ ਠੇਕੇਦਾਰ ਤੇ ਆਰ-ਪਾਰ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਪੋਰਟ। ਮਾਈਨਿੰਗ ਮੁੱਦੇ ਤੇ ਸਿਆਸੀ ਸੰਗਰਾਮ ਲਗਾਤਾਰ ਜਾਰੀ ਹੈ ਤੇ ਹੁਣ ਜ਼ਿਕਰ ਨਿਊਜ਼ 18 ਦੀ ਉਸ ਇੰਟਰਵਿਊ ਦਾ ਹੋ ਰਿਹਾ ਹੈ, ਜੋ ਗੱਲਬਾਤ ਮਾਈਨਿੰਗ ਠੇਕੇਦਾਰ ਰਾਕੇਸ਼ ਚੌਧਰੀ ਦੇ ਨਾਲ ਕੀਤੀ ਗਈ। ਨਿਊਜ਼ 18 ਦੀ ਇਸ ਇੰਟਰਵਿਊ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਰਾਕੇਸ਼ ਚੌਧਰੀ ਖੁਦ ਨਿਊਜ਼ 18 ਤੇ ਆਏ ਤੇ ਮਜੀਠੀਆ ਵੱਲੋਂ ਲਗਾਏ ਇਲਜ਼ਾਮਾਂ ਨੂੰ ਰੱਦ ਕੀਤਾ, ਤਾਂ ਮਜੀਠੀਆ ਮੁੜ ਮੀਡੀਆ ਦੇ ਮੁਖਾਤਿਬ ਹੋਏ। ਇਸ ਗੱਲ ਦਾ ਦਾਅਵਾ ਕਰ ਦਿੱਤਾ ਕਿ ਰਾਕੇਸ਼ ਚੌਧਰੀ ਨੇ ਤਾਂ ਖੁਦ ਸਰਕਾਰ ਦੇ ਨਾਲ ਮਿਲੀ ਭੁਗਤ ਦੀ ਪੁਸ਼ਟੀ ਕਰ ਦਿੱਤੀ ਹੈ। ਤੁਸੀਂ ਵੇਖੋ, ਮਿਲੀ ਭੁਗਤੀ ਤਾਂ ਮੈਂ ਗੱਲ ਕਰ ਰਿਹਾ ਸੀ। ਜੇ ਇਸ ਬੰਦੇ ਤੇ ਤੁਸੀਂ ਪਰਚੇ ਦੇ ਰਹੇ ਹੋ 4, ਜਿਹਨੂੰ ਤੁਸੀਂ ਅਰੈਸਟ ਕਰ ਰਹੇ ਹੋ, ਮੁੜ ਕੇ ਉਹਦੇ ਨਾਲ ਜਾ ਕੇ ਕਿ ਲਿਟੀਗੇਸ਼ਨ ਨਾ ਹੋਵੇ, ਕੋਰਟ 'ਚ ਜਾ ਕੇ ਫੈਸਲਾ ਕਰ ਰਹੇ, ਤੇ ਇਹਨੂੰ ਕੀ ਕਹਿੰਦੇ ਹੋ ਭਾਈ? ਇਹਨੂੰ ਮਿਲੀ ਭੁਗਤੀ ਕਹਿੰਦੇ ਆ। ਮੈਂ ਧੰਨਵਾਦੀ ਹਾਂ ਚੌਧਰੀ ਸਾਹਿਬ ਦਾ, ਜਿਨ੍ਹਾਂ ਨੇ ਆਪਦੇ ਮੂੰਹੋਂ ਤਾਂ ਉਧਰ ਆਪ ਨੇ ਮਜੀਠੀਆ ਤੇ ਝੂਠ ਬੋਲਣ ਦੇ ਇਲਜ਼ਾਮ ਲਗਾਏ ਨੇ ਤੇ ਹਵਾਲਾ ਕੋਰਟ ਦਾ ਦਿੱਤਾ ਹੈ ਕਿ ਅਦਾਲਤ ਨੇ ਰਾਕੇਸ਼ ਚੌਧਰੀ ਨੂੰ ਰਾਹਤ ਦਿੱਤੀ ਹੈ। ਕੱਲ ਉਹਨਾਂ ਨੇ ਮਜੀਠੀਆ ਸਾਹਿਬ ਨੇ ਬਹੁਤ ਸਾਰਾ ਝੂਠ ਬੋਲਿਆ। ਉਹਨਾਂ ਨੇ ਗੱਲ ਕਿਸੇ ਦੀ ਕੀਤੀ, ਕਾਗਜ਼ ਕਿਸੇ ਦਾ ਰੱਖਿਆ, ਡੇਟ ਕੋਈ ਦੱਸੀ, ਜਜਮੈਂਟ ਕੋਈ ਵਿਖਾਈ, ਬਿਲਕੁਲ ਪੂਰੀ ਤਰ੍ਹਾਂ ਝੂਠ ਬੋਲਿਆ। ਔਰ ਮੈਂ ਇੱਕ ਦਿਨ ਪਹਿਲਾਂ ਕਿਹਾ ਸੀ ਉਸ ਤੋਂ ਕਿ ਇਹ ਝੂਠ ਬੋਲ ਰਹੇ ਆ, ਕਿਉਂਕਿ ਇਹਨਾਂ ਲੋਕਾਂ ਨੇ ਹੀ ਮਾਫੀਆ ਲੈ ਕੇ ਆਂਦਾ ਪੰਜਾਬ 'ਚ, ਰੇਤ ਮਾਫੀਆ, ਜਿਹੜਾ ਉਹਨਾਂ ਨੇ ਨਾਂ ਵੀ ਲਿਆ ਆ, ਜਿਹੜੇ ਬੰਦੇ ਦਾ, ਇੱਕ ਠੇਕੇਦਾਰ ਦਾ, ਮੋਹਨਪਾਲ ਦਾ। ਇਹ 60-40 ਵਾਲੇ ਸਾਰੇ ਇਕੱਠੇ। ਜ਼ਿਕਰਯੋਗ ਹੈ ਕਿ ਜਦੋਂ ਰਾਕੇਸ਼ ਚੌਧਰੀ ਨਿਊਜ਼ 18 ਤੇ ਆਏ ਤਾਂ ਸਵਾਲ ਮਜੀਠੀਆ ਵੱਲੋਂ ਲਗਾਏ ਗਏ ਇੱਕ ਇਲਜ਼ਾਮ ਨੂੰ ਲੈ ਕੇ ਕੀਤਾ, ਤਾਂ ਰਾਕੇਸ਼ ਚੌਧਰੀ ਨੇ ਮਾਈਨਿੰਗ ਠੇਕਾ ਐਕਸਟੈਂਡ ਕਰਨ ਵਾਲੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਸੀ। ਦੱਸੋ ਸਰ, ਕੋਈ ਐਕਸਟੈਂਡ ਨਹੀਂ ਹੋਇਆ ਸਾਡਾ ਠੇਕਾ। ਸਾਡਾ ਠੇਕਾ ਜਿਹੜਾ ਹੈ 18 ਮਾਰਚ 2023 ਤੱਕ ਮੇਰਾ ਕੰਟਰੈਕਟ, ਪੁਰਾਣਾ ਕੰਟਰੈਕਟ ਹੈ। ਠੀਕ ਹੈ। ਜਿਹੜਾ ਇਹਨਾਂ ਨੇ ਟਰਮੀਨੇਸ਼ਨ ਕਰ ਦਿੱਤਾ, ਟਰਮੀਨੇਸ਼ਨ ਵੀ ਕੋਰਟ ਨੇ ਸਟੇ ਕਰ ਦਿੱਤੀ। ਮੇਰਾ ਕੰਮ ਤੇ ਸ਼ੁਰੂ ਤੋਂ ਲਾਈਵ ਹੈ, ਮੇਰਾ ਕੰਮ ਕੋਈ ਨਹੀਂ। ਔਰ ਮੈਂ ਜਿਸ ਦੌਰਾਨ ਕੰਮ ਨਹੀਂ ਕੀਤਾ, ਉਸ ਦੌਰਾਨ ਦੇ ਵੀ ਪੈਸੇ। ਸੋ ਮਾਈਨਿੰਗ ਵਾਲਾ ਐਪੀਸੋਡ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਨਿਸ਼ਾਨਾ ਇੱਕ ਦੂਜੇ ਤੇ ਸਾਧਿਆ ਜਾ ਰਿਹਾ ਹੈ। ਤੇ ਇਸ ਦੇ ਵਿਚਾਲੇ ਇਹ ਸਵਾਲ ਬਰਕਰਾਰ ਹੈ ਕਿ ਆਖਿਰ ਕੌਣ ਸਹੀ ਹੈ ਤੇ ਕੌਣ ਗਲਤ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਤੇ ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ।
ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੀ ਕਰਾਂਗੇ ਕਿ ਆਖਿਰ ਇਹ ਸਥਿਤੀ ਬਣੀ ਕਿਉਂ ਹੋਈ ਹੈ ਕਿ ਵਾਰ ਪਲਟਵਾਰ ਹੋ ਰਹੇ ਨੇ ਤੇ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਰਾਕੇਸ਼ ਚੌਧਰੀ ਦੇ ਜਿਹੜੇ ਦਾਅਵੇ ਨੇ ਕਿ ਬਾਕੀ ਉਹਨਾਂ ਦੇ ਵਿੱਚ ਕੋਈ ਦਮ ਨਹੀਂ, ਕਿਉਂਕਿ ਇੱਕ ਵਾਰ ਫਿਰ ਤੋਂ ਬਿਕਰਮ ਮਜੀਠੀਆ ਨੇ ਸਾਹਮਣੇ ਆ ਕੇ ਕਹਿ ਦਿੱਤਾ ਕਿ ਜੋ ਮੈਂ ਇਲਜ਼ਾਮ ਲਗਾਏ ਸੀ ਰਾਕੇਸ਼ ਚੌਧਰੀ ਉਸ ਦੇ ਉੱਤੇ ਹੀ ਮੋਹਰ ਲਗਾ ਕੇ ਚਲੇ ਗਏ। ਖੈਰ ਇਸ ਦੇ ਉੱਤੇ ਹੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰੂਫ ਕਰਵਾਉਣੇ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ। ਗੱਲਬਾਤ ਕਰਾਂਗੇ ਮਾਈਨਿੰਗ ਦਾ ਮੁੱਦਾ। ਇਨਫੈਕਟ ਜੋ ਮੈਂ ਜ਼ਿਕਰ ਕੀਤਾ ਕਿ ਮਾਈਨਿੰਗ ਦੇ ਮੁੱਦੇ ਉੱਤੇ ਇਸ ਸਮੇਂ ਪੰਜਾਬ ਦੇ ਵਿੱਚ ਸਿਆਸੀ ਪਾਰਾ ਤਾਂ ਖੂਬ ਭਖਿਆ ਹੋਇਆ ਹੈ। ਤਾਂ ਸਾਡੇ ਨਾਲ ਜਿਹੜੇ ਮਹਿਮਾਨ ਜੁੜ ਰਹੇ ਨੇ, ਸਭ ਤੋਂ ਪਹਿਲਾਂ ਤੁਹਾਡਾ ਤਾਰੂਫ ਕਰਵਾਉਂਦੇ ਹਾਂ। ਅਰਸ਼ਦੀਪ ਕਲੇਰ ਜੀ ਸਾਡੇ ਨਾਲ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਬੈਕ ਟੂ ਬੈਕ ਪ੍ਰੈਸ ਕਾਨਫਰੰਸਸ ਅਕਾਲੀ ਦਲ ਦੀਆਂ, ਅੱਜ ਬਹੁਤ ਸਾਰੇ ਸਵਾਲ। ਕਲੇਰ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਕਮਰ ਹਰਪ੍ਰੀਤ ਸਿੰਘ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਕਮਰ ਹਰਪ੍ਰੀਤ ਸਿੰਘ ਜੀ ਸਵਾਗਤ ਹੈ ਤੁਹਾਡਾ। ਕਮਰ ਹਰਪ੍ਰੀਤ ਜੀ ਔਰ ਅਰਸ਼ਦੀਪ ਕਲੇਰ ਜੀ ਦੋਵੇਂ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ, ਬਹੁਤ ਬਹੁਤ ਸਵਾਗਤ। ਤੇ ਸਾਡੇ ਨਾਲ ਅਹਿਬਾਬ ਗਰੇਵਾਲ ਜੀ ਆਮ ਆਦਮੀ ਪਾਰਟੀ ਤੋਂ ਜੁੜ ਰਹੇ ਨੇ, ਗਰੇਵਾਲ ਸਾਹਿਬ ਸਵਾਗਤ ਹੈ। ਤੇ ਐਸਐਸ ਚੰਨੀ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਚੰਨੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਮੈਂ ਸ਼ੁਰੂਆਤ ਕਰਦਾ ਹਾਂ ਅਕਾਲੀ ਦਲ ਤੋਂ। ਪ੍ਰੈਸ ਕਾਨਫਰੰਸ ਬੈਕ ਟੂ ਬੈਕ ਹੋ ਰਹੀਆਂ ਨੇ, ਪਰ ਕਲੇਰ ਸਾਹਿਬ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਚੌਧਰੀ ਨੂੰ ਲੈ ਕੇ ਤੁਸੀਂ ਬਹੁਤ ਸਵਾਲ ਚੁੱਕ ਰਹੇ ਹੋ, ਬਿਕਰਮ ਮਜੀਠੀਆ ਬਹੁਤ ਸਵਾਲ ਚੁੱਕ ਰਹੇ ਨੇ। ਕਿੱਥੇ ਦਿੱਕਤ ਨਜ਼ਰ ਆਉਂਦੀ ਹੈ ਸੌਖੇ ਸ਼ਬਦਾਂ ਦੇ ਵਿੱਚ? ਕਿਉਂਕਿ ਜਦੋਂ ਕਈ ਵਾਰ ਆਪਾਂ ਜਜਮੈਂਟ ਪੜਨ ਲੱਗ ਜਾਂਦੇ ਆ ਜਾਂ ਫਿਰ ਕਿਸੇ ਐਫਆਈਆਰ ਦਾ ਜਾਂ ਫਲਾਣਾ ਹਵਾਲਾ ਦੇਣ ਲੱਗ ਜਾਂਦੇ ਆ ਤਾਂ ਸ਼ਾਇਦ ਇੱਕ ਆਮ ਲੋਕਾਂ ਵਾਸਤੇ ਸਮਝਣਾ ਔਖਾ ਹੋ ਜਾਵੇ। ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਸਮਝਣਾ ਚਾਹੁੰਦਾ ਤੁਹਾਨੂੰ ਇਤਰਾਜ਼ ਕਿਉਂ ਹੈ ਰਾਕੇਸ਼ ਚੌਧਰੀ ਦੇ ਉੱਤੇ। ਰਾਕੇਸ਼ ਚੌਧਰੀ ਕਹਿ ਰਿਹਾ ਹੈ ਕਿ ਮੈਂ ਕਦੇ ਭਗੌੜਾ ਨਹੀਂ ਸੀ, ਮੈਨੂੰ ਬੇਲ ਮਿਲੀ ਹੋਈ ਹੈ ਸਾਰੇ ਮਾਮਲਿਆਂ ਦੇ ਵਿੱਚ, ਮੈਂ ਬਾਹਰ ਘੁੰਮ ਰਿਹਾ ਹਾਂ। ਦੇਖੋ ਸਾਡੇ ਨਾਲ ਗੱਲਬਾਤ ਨਿਊਜ਼ 18 ਨਾਲ ਆ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ, ਬਹੁਤ ਲੰਬੀ ਚੌੜੀ ਗੱਲਬਾਤ 20-25 ਮਿੰਟ ਹੁੰਦੀ ਰਹੀ। ਉਸ ਤੋਂ ਬਾਅਦ ਇਹ ਵੀ ਜ਼ਿਕਰ ਕਰ ਰਹੇ ਨੇ ਕਿ ਮੈਂ ਤਾਂ ਕਦੇ ਕੰਮ ਰੋਕਿਆ ਹੀ ਨਹੀਂ, ਮੈਨੂੰ ਕਦੇ ਨਹੀਂ ਕਿਹਾ ਗਿਆ ਕੰਮ ਰੋਕਣ ਨੂੰ। ਟਰਮੀਨੇਟ ਹੋਇਆ ਸੀ, ਉਸ ਤੋਂ ਬਾਅਦ ਅਦਾਲਤ ਜਾ ਕੇ ਬਹਾਲ ਹੋ ਗਿਆ ਤੇ ਕੰਮ ਲਾਈ ਵੀ ਰਿਹਾ ਸ਼ੁਰੂ ਤੋਂ। ਗੌਰਵ ਜੀ, ਮੈਂ ਸਭ ਤੋਂ ਪਹਿਲਾਂ ਤਾਂ ਸਪਸ਼ਟ ਕਰ ਦਿਆਂ ਕਿ ਅਕਾਲੀ ਦਲ ਨੂੰ ਰਾਕੇਸ਼ ਚੌਧਰੀ ਦੇ ਨਾਲ ਪਰਸਨਲ ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਹੈ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ, ਜਿਹੜੀ ਆਪਦੇ ਆਪ ਨੂੰ ਕੱਟੜ ਇਮਾਨਦਾਰ ਸਰਕਾਰ ਕਹਿੰਦੀ ਹੈ, ਉਹ ਪੰਜਾਬ ਦੇ ਲੋਕਾਂ ਦੀ ਲੁੱਟ ਕਰ ਰਹੀ ਹੈ। ਦੇਖੋ ਅੱਜ ਦੀ ਡਿਬੇਟ ਨੂੰ ਮੈਂ ਪੋਲੀਟੀਕਲ ਨਾਲੋਂ ਵੀ, ਅੱਜ ਮੈਂ ਡਾਕੂਮੈਂਟਸ ਦੇ ਉੱਤੇ ਬੋਲੂੰਗਾ। ਔਰ ਕੰਗ ਸਾਹਿਬ ਕਹਿੰਦੇ ਕਿ ਜੀ ਡਾਕੂਮੈਂਟ ਕੋਈ ਦਿਖਾਉਂਦੇ ਨੇ, ਗੱਲ ਕੋਈ ਕਰਦੇ ਨੇ। ਕੰਗ ਸਾਹਿਬ, ਇਹ ਫਿਤਰਤ ਤੁਹਾਡੀ ਹੈ। ਹੁਣ ਮੈਂ ਸਟਾਰਟ ਕਰਦਾ ਰਾਕੇਸ਼ ਚੌਧਰੀ, ਕਿਉਂਕਿ ਆਮ ਆਦਮੀ ਪਾਰਟੀ ਨੇ ਪਿੱਛੇ ਹਟ ਕੇ ਰਾਕੇਸ਼ ਚੌਧਰੀ ਨੂੰ ਜਿਹੜੇ ਇੱਕ ਪਲੇਟਫਾਰਮ ਦਿੱਤੇ ਕਿ ਤੂੰ ਆਪਣੀ ਗੱਲ ਰੱਖ। ਹੁਣ ਮੇਰਾ ਰਾਕੇਸ਼ ਚੌਧਰੀ ਤੇ ਆਮ ਆਦਮੀ ਪਾਰਟੀ ਨੂੰ ਸਵਾਲ ਹੈ ਕਿ ਕੱਲ ਰਾਕੇਸ਼ ਚੌਧਰੀ ਤੁਹਾਡੇ ਚੈਨਲ ਤੇ ਕਹਿ ਕੇ ਗਏ, ਕਹਿੰਦੇ ਜੀ ਮੇਰੇ ਤਾਂ ਸਾਰੀ ਕੇਸਾਂ 'ਚ ਮੈਂ ਬੇਲ ਦੇ ਉੱਤੇ ਆ, ਮੈਨੂੰ ਕੋਈ ਹਾਈ ਕੋਰਟ ਤੋਂ ਮੈਨੂੰ ਬੇਲ ਮਿਲੀ ਹੋਈ ਹੈ। ਤਾਂ ਆ ਮੇਰੇ ਸਾਹਮਣੇ ਆਰਡਰ ਪਿਆ, ਆ ਹਾਈ ਕੋਰਟ ਦਾ ਆਰਡਰ ਹੈ। ਮੈਂ ਕੱਲਾ ਕੱਲਾ ਆਰਡਰ ਲੈ ਕੇ ਆਉਂਗਾ, ਕੱਲਾ ਕੱਲਾ ਆਰਡਰ ਦਿਖਾਉਂਗਾ। ਇਹ ਹੈਗਾ ਜੀ CRMM 4988/2023 ਦਾ। ਇਹ 15 ਫਰਵਰੀ 2023 ਦਾ ਆਰਡਰ ਹੈ, ਪਰਸੋਂ ਦਾ ਆਰਡਰ ਹੈ। ਜਸਟਿਸ ਗੁਰਵਿੰਦਰ ਗਿੱਲ ਸਾਹਿਬ, ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ। ਇਹ ਕਹਿੰਦੇ ਜੀ ਮੈਨੂੰ ਬੇਲਾਂ ਮਿਲੀਆਂ ਹੋਈਆਂ ਨੇ, ਐਂਟੀਸਪੇਟਰੀ ਬੇਲ ਕੋਰਟ ਨੇ ਦਿੱਤੀ ਨਹੀਂ। ਇਹ 25/1/2022 ਦਾ ਪਰਚਾ ਹੈ। ਇਲੈਕਸ਼ਨ ਕਮਿਸ਼ਨ ਨੇ ਪਰਚਾ ਦਿੱਤਾ ਸੀ, ਇਹਦੇ 'ਚ ਐਂਟੀਸਪੇਟਰੀ ਬੇਲ ਲੈਣ ਹਾਈ ਕੋਰਟ ਪਹੁੰਚੇ ਨੇ। ਇਹਨਾਂ ਕੋਲੇ ਕੋਈ ਬੇਲ ਨਹੀਂ। ਇਹ ਆਉਣ ਚੈਨਲ ਤੇ ਦੱਸ ਦੇਣ ਜਿਹਦੇ 'ਚ ਬੇਲ ਹੈਗੀ ਨਹੀਂ ਹੈਗੀ, ਔਰ ਕੰਗ ਸਾਹਿਬ ਸਪੈਸ਼ਲੀ ਦੱਸ ਦੇਣ। ਉਹ ਤੋਂ ਬਾਅਦ ਇਹ ਆ ਕੇ ਕਹਿੰਦੇ ਨੇ ਜੀ ਮੈਨੂੰ ਤਾਂ ਹਾਈ ਕੋਰਟ ਤੋਂ ਸਟੇ ਮਿਲੀ ਹੋਈ ਹੈ, ਔਰ ਪੰਜਾਬ ਸਰਕਾਰ ਕਹਿੰਦੀ ਹੈ ਜੀ ਇਹਨਾਂ ਨੂੰ ਤਾਂ ਸਟੇ ਮਿਲੀ ਹੋਈ ਹੈ। ਤਾਂ ਅੱਜ ਮੇਰੇ ਕੋਲ 3 ਕੋਰਟ ਦੇ ਆਰਡਰਸ ਨੇ। ਇਹ ਆਰਡਰ ਵੱਖ-ਵੱਖ ਕੋਰਟਸ ਦੇ ਡਿਫਰੈਂਟ ਟਾਈਮ ਦੇ ਨੇ। ਇੱਕ ਆਰਡਰ ਹੈਗਾ ਜੀ ਜਸਟਿਸ AG ਮਸੀਹ ਸਾਹਿਬ ਦਾ, ਇਹ ਆਰਡਰ ਹੈਗਾ 28/9/2022 ਦਾ। ਇੱਕ ਆਰਡਰ ਹੈਗਾ ਜਸਟਿਸ MS ਰਾਮਚੰਦਰ ਰਾਓ ਸਾਹਿਬ ਦਾ ਤੇ ਮਦਾਨ ਸਾਹਿਬ ਦੀ DB ਦਾ, ਇਹ ਆਰਡਰ ਹੈਗਾ 4/8/2022 ਦਾ। ਇੱਕ ਆਰਡਰ ਹੈਗਾ ਜੀ 28/10/2022 ਦਾ। ਹੁਣ ਇਹ ਸਾਰੇ ਆਰਡਰਸ ਦੇ ਵਿੱਚ ਕਿਤੇ ਸਟੇ ਨਹੀਂ ਹੈਗੀ। ਗੱਲ ਗੌਰਵ ਜੀ ਲੋਕਾਂ ਨੂੰ ਸਿੰਪਲ ਸ਼ਬਦਾਂ ਦੇ ਵਿੱਚ ਦੱਸਦੇ ਹਾਂ। ਰਾਕੇਸ਼ ਚੌਧਰੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦੇ ਨੇ, ਉਹ ਜਾ ਕੇ ਕਹਿੰਦੇ ਜੀ ਕਿ ਸਰਕਾਰ ਨੇ ਮੇਰਾ ਕੰਟਰੈਕਟ ਟਰਮੀਨੇਟ ਕਰਤਾ, ਮੈਨੂੰ ਇਹਨਾਂ ਨੇ ਸ਼ੋ ਕਾਜ਼ ਨੋਟਿਸ ਨਹੀਂ ਦਿੱਤਾ। ਠੀਕ ਹੈ, ਪਿੱਛੇ ਸਾਡੀ ਸਰਕਾਰ ਭੱਜੀ ਜਾਂਦੀ ਹੈ ਹਾਈ ਕੋਰਟ। ਸਰਕਾਰ ਨੇ ਜਾ ਕੇ ਤਾਂ ਕੀ ਕਹਿਣਾ ਸੀ ਜੀ, ਇਹਦੇ ਤੇ 4 ਪਰਚੇ ਨੇ, ਇਹ ਇਲੀਗਲ ਮਾਈਨਿੰਗ ਕਰਦਾ ਹੈ, ਇਹ ਫੋਰੈਸਟ ਦੀ ਮਾਈਨਿੰਗ ਕਰਦਾ ਹੈ। ਸਾਡੀ ਸਰਕਾਰ ਉੱਥੇ ਬਿਆਨ ਦਿੰਦੀ ਹੈ ਕਿ ਜੀ ਅਸੀਂ ਇਹਨੂੰ ਸ਼ੋ ਕਾਜ਼ ਨੋਟਿਸ ਨਹੀਂ ਦਿੱਤਾ, ਅਸੀਂ ਆਪਣਾ ਇਹ ਨੋਟਿਸ ਜਿਹੜੀ ਟਰਮੀਨੇਸ਼ਨ ਉਹ ਵਾਪਸ ਲੈਂਦੇ ਆ, ਇਹ ਦੁਬਾਰਾ ਮਾਈਨਿੰਗ ਕਰ ਲੇ। ਹੁਣ ਮੈਨੂੰ ਦੱਸੋ ਵੀ ਇਹ ਹਾਈ ਕੋਰਟ ਦੀ ਸਟੇ ਹੈ, ਜਿਹਦੇ ਖਿਲਾਫ ਉਹ ਰਿਲੀਫ ਲੈਣ ਗਿਆ ਉਹੀ ਗੋਡੇ ਟੇਕ ਕੇ ਕਹਿੰਦੇ ਜੀ ਮਾਈਨਿੰਗ ਕਰ ਲੈ, ਵਾਪਸ ਆ ਗਿਆ ਜੀ। ਇਹ ਫੇਰ ਦੁਬਾਰਾ ਹਾਈ ਕੋਰਟ ਗਿਆ। ਇਹ ਕਿਤੇ ਮੈਂਸ਼ਨ ਹੈ? ਬਿਲਕੁਲ, ਤੁਸੀਂ ਆਰਡਰਸ ਪੜੋ ਜੀ, ਮੈਂ ਆਰਡਰ ਪੜ੍ਹ ਕੇ ਦੱਸ ਦੇਣਾ ਤੁਹਾਨੂੰ। ਮਤਲਬ ਤੁਸੀਂ ਕਹਿ ਰਹੇ ਹੋ ਕਿ ਕੋਰਟ ਦੇ ਅੰਦਰ ਫਿਰ ਰਿਟਨ ਦੇ ਵਿੱਚ ਉਹਨਾਂ ਨੇ ਦਿੱਤਾ ਕਿ ਅਸੀਂ ਸ਼ੋ ਕਾਜ਼ ਨੋਟਿਸ ਨਹੀਂ ਦਿੱਤਾ, ਇਸ ਕਰਕੇ ਅਸੀਂ ਦੁਬਾਰਾ ਵਿਡਰਾਅ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਥੋੜੇ 4/8/2022 ਦਾ ਸੁਣਾਉਣਾ ਸ਼ਬਦਾਂ ਦੇ ਵਿੱਚ ਜੇ ਕਰੋ। ਸ਼੍ਰੀ ਪੰਕਜ ਜੈਨ ਗੁਪਤਾ ਐਡੀਸ਼ਨਲ AG ਪੰਜਾਬ ਅਪੀਅਰਿੰਗ ਫॉर ਰਿਸਪੋਂਡੈਂਟ ਨੰਬਰ 1 to 6 ਇਹ ਜਿਹੜੀ ਸਰਕਾਰ ਹੈ, ਔਨ ਇਨਸਟਰਕਸ਼ਨਸ ਫਰਮ ਸ਼੍ਰੀ ਜਸਪਰਜੀਤ ਸਿੰਘ ਅਸਿਸਟੈਂਟ ਡਿਜ਼ਾਈਨਰ ਇੰਜੀਨੀਅਰ ਵਾਟਰ ਰਿਸੋਰਸਿਸ ਡਿਪਾਰਟਮੈਂਟ ਮਾਈਨਸ ਐਂਡ ਟੈਕਨੋਲੋਜੀ 1 and 2 state that respondent number 6 will withdraw the said order
and issue a show cause notice to the petitioner asking the petitioner to show cause। ਇਹ ਆ ਗਿਆ ਜੀ। ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਕਿ ਇਹ ਤੋਂ ਬਾਅਦ ਕੋਰਟ ਨੇ ਕਿਹਾ ਕਿ ਠੀਕ ਹੈ ਜੀ, ਇਹਨਾਂ ਨੇ ਸਟੇਟਮੈਂਟ ਦਿੱਤੀ, ਇਟ ਇਜ਼ ਇਹ ਅਸੀਂ ਆਪਣਾ ਡਿਸਪੋਜ਼ ਆਫ ਕਰਦੇ ਹਾਂ। ਠੀਕ ਹੈ। ਉਹ ਤੋਂ ਬਾਅਦ ਇਹ ਫੇਰ ਚਲੇ ਗਏ ਜੀ ਮਾਨਯੋਗ ਹਾਈ ਕੋਰਟ। ਉੱਥੇ ਜਾ ਕੇ ਕੋਰਟ ਨੇ ਪੁੱਛਿਆ ਕਿ ਤੁਸੀਂ ਕੌਣ ਚਲਾ ਗਿਆ, ਥੋੜਾ ਹੋਰ ਰਕੇਸ਼ specific ਚੌਧਰੀ। ਰੱਖੀਏ। ਠੀਕ ਹੈ। ਰਕੇਸ਼ ਚੌਧਰੀ ਫੇਰ ਗਏ। ਇਹ ਹੈਗਾ ਜੀ CWP 21881 of 2022। ਇਹ ਡਿਸੀਜਨ ਹੈਗਾ ਜੀ 28/9/2022 ਦਾ। ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਦੁਬਾਰਾ ਜਾਂਦੇ ਨੇ, ਇਹ ਕਹਿੰਦੇ ਜੀ ਮੈਂਡੇਟਰੀ ਸੀਗਾ, ਮੈਨੂੰ ਸ਼ੋ ਕਾਜ਼ ਨੋਟਿਸ ਇਹਨਾਂ ਨੇ ਦੂਜਾ ਦੇਣਾ ਸੀਗਾ ਤੇ ਮੇਰਾ ਰਿਪਲਾਈ ਕਾਲ ਕਰਨਾ ਸੀਗਾ, ਇਹਨਾਂ ਨੇ ਸ਼ੋ ਕਾਜ਼ ਨੋਟਿਸ ਨਹੀਂ ਦਿੱਤਾ। ਠੀਕ ਹੈ। ਉੱਥੇ ਜਾ ਕੇ ਸਟੇਟ ਕਹਿੰਦੀ ਅੱਛਾ ਜੀ ਅਸੀਂ ਸ਼ੋ ਕਾਜ਼ ਨੋਟਿਸ ਨਹੀਂ ਦਿੱਤਾ। ਇਹ ਕਹਿੰਦੇ ਜੀ ਸਾਡਾ ਤਾਂ ਜਿਹੜਾ ਪਹਿਲਾ ਉਹੀ ਪੜਿਆ ਜਾਵੇ। ਕੋਰਟ ਨੇ ਕਿਹਾ ਕਿ ਜਦੋਂ ਸਟੈਚੂਰੀ ਰਿਕੁਆਇਰਮੈਂਟ ਸੀ, ਤੁਸੀਂ ਸੈਕੰਡ ਸ਼ੋ ਕਾਜ਼ ਨੋਟਿਸ ਦੇਣਾ ਸੀ, ਤੁਸੀਂ ਕਿਉਂ ਨਹੀਂ ਦਿੱਤਾ? ਇਸ ਲਈ ਫੇਰ ਜੀ ਇਹ ਡਿਸਪੋਜ਼ ਆਫ ਹੋ ਗਈ। ਉਸ ਤੋਂ ਬਾਅਦ ਇਹ ਚਲੇ ਜਾਂਦੇ ਨੇ ADG ਦੀ ਕੋਰਟ 'ਚ, ਆਰਬਿਟ੍ਰੇਸ਼ਨ ਦੀ ਕੋਰਟ 'ਚ। ਹੁਣ ਉੱਥੇ ਜਾ ਕੇ ਸਟੇਟ ਨੇ ਜਿਹੜੇ ਬੰਦੇ ਤੇ ਸਟੇਟ ਪਰਚਾ ਕਰ ਰਹੀ ਹੈ, ਰਕੇਸ਼ ਚੌਧਰੀ ਤੇ 4 ਪਰਚੇ ਕਰ ਰਹੀ ਹੈ, PO ਆਰਡਰ ਉਹਦੇ ਪ੍ਰੋਸੀਡਿੰਗ ਸ਼ੁਰੂ ਹੋਈ ਹੈ। ਉੱਥੇ ਜਾ ਕੇ ਇਹਨਾਂ ਦਾ ਇੱਕ ਹੈਗਾ ਜੀ ਸ਼੍ਰੀ ਹਰਿੰਦਰਪਾਲ ਸਿੰਘ ਸੁਪਰੀਡੈਂਟ ਇੰਜੀਨੀਅਰ along with ਸ਼੍ਰੀ ਸਨੀ ਕੁਮਾਰ ਲਰਨਡ JP। ਇਹ ਕਹਿੰਦੇ ਨੇ ਕਿ ਠੀਕ ਹੈ ਜੀ, ਇਹ 6 ਕਰੋੜ ਰੁਪਇਆ ਜਮ੍ਹਾਂ ਕਰਾ ਦੇ, ਇਹ ਮਾਈਨਿੰਗ ਕਰ ਲੈ, ਸਾਨੂੰ ਕੋਈ ਦਿੱਕਤ ਨਹੀਂ, ਇਹ ਵੀ ਡਿਸਪੋਜ਼ ਆਫ ਹੋ ਜਾਂਦੀ ਹੈ। ਹੁਣ ਮੈਨੂੰ ਇਹ ਦੱਸੋ ਕਿ ਇਹਦੇ ਚ ਸਟੇ ਕਿੱਥੇ ਹੈ? ਕੋਰਟ ਨੇ ਇੰਟਰਵੀਨ ਕਿੱਥੇ ਕੀਤਾ? ਅਗਰ ਰਕੇਸ਼ ਚੌਧਰੀ ਹਾਈ ਕੋਰਟ ਜਾਂਦਾ ਹੈ, ਉਹਨੂੰ ਪੰਜਾਬ ਸਰਕਾਰ ਦੇ ਖਿਲਾਫ ਗ੍ਰੀਵੀਅੰਸ ਹੈ ਤੇ ਪੰਜਾਬ ਸਰਕਾਰ ਕਹਿੰਦੀ ਹੈ ਨਹੀਂ ਜੀ ਅਸੀਂ ਇਹਦੀ ਮਾਈਨਿੰਗ ਨਹੀਂ ਰੋਕਣੀ ਹੈ, ਮਾਈਨਿੰਗ ਕਰੇ, ਕੋਰਟ ਡਿਸਪੋਜ਼ ਆਫ ਕਰ ਦਿੰਦੀ ਹੈ। ਇਹਦੇ ਚ ਸਟੇ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਠੀਕ ਹੈ। ਨਹੀਂ, ਤੁਸੀਂ ਇੱਕ ਚੀਜ਼ ਕਲੀਅਰ ਕਰੋ, ਬਹੁਤ ਛੋਟਾ ਜਿਹਾ ਜਵਾਬ ਦਿਓ ਪਲੀਜ਼, ਤਾਂ ਕਿ ਆਪਾਂ ਬਾਕੀ ਮਹਿਮਾਨਾਂ ਦਾ ਰੁਖ ਕਰੀਏ। ਇਹਨਾਂ ਆਰਡਰਸ ਦੇ ਵਿੱਚ ਕੋਰਟ ਨੇ ਕਿੱਥੇ ਕਿਹਾ ਕਿ ਰਾਕੇਸ਼ ਚੌਧਰੀ ਮਾਈਨਿੰਗ ਨਹੀਂ ਕਰ ਸਕਦਾ? ਮੈਂ ਤਾਂ ਹੀ ਤਾਂ ਕਹਿ ਰਿਹਾ ਨਾ ਜੀ ਕਿ ਜਦੋਂ ਸਟੇਟ ਨੇ ਉਹਨੂੰ ਆਰਗੂ ਹੀ ਨਹੀਂ ਕੀਤਾ ਮੈਟਰ ਨੂੰ, ਸਟੇਟ ਹੋਸਟਾਈਲ ਹੋ ਗਈ। ਠੀਕ ਹੈ, ਤੁਸੀਂ ਕਹਿ ਰਹੇ ਹੋ ਪੈਰਵੀ ਨਹੀਂ ਕੀਤੀ ਗਈ ਉਸ ਤਰੀਕੇ? ਨੋ ਸਟੇਟ ਨੇ ਉੱਥੇ ਕਿਹਾ ਹੀ ਨਹੀਂ ਕਿ ਮਾਈਨਿੰਗ ਨਹੀਂ ਕਰ ਸਕਦਾ ਕਿਉਂਕਿ ਇਹਦੇ ਤੇ ਪਰਚੇ ਨੇ, ਫੋਰੈਸਟ ਏਰੀਆ 'ਚ ਕਰ ਰਿਹਾ, ਬਾਹਰ ਹੈ, ਟਰਮੀਨੇਟ ਹੋਣਾ ਚਾਹੀਦਾ। ਸਟੇਟ ਕਹਿੰਦੀ ਨਹੀਂ ਜੀ, ਇਹ 6 ਕਰੋੜ ਰੁਪਇਆ ਜਮ੍ਹਾਂ ਕਰਾ ਦੇ, ਕਿਸ਼ਤਾਂ 'ਚ ਕਰਾ ਦੇ, ਇਹ ਮਾਈਨਿੰਗ ਠੀਕ ਕਰ ਰਿਹਾ ਜੀ, ਮਾਈਨਿੰਗ ਚੱਲਣ ਦਿਓ। ਤਾਂ ਫਿਰ ਹੁਣ ਮੈਨੂੰ ਇੱਕ ਗੱਲ ਦੱਸੋ ਜੀ, ਕੱਲ ਮਾਲਵਿੰਦਰ ਕੰਗ ਸਾਹਿਬ ਉਰੇ ਬੈਠੇ ਚੈਨਲ ਤੇ ਕਹਿੰਦੇ ਸੀ ਕਿ ਜੀ ਅਸੀਂ ਤਾਂ ਲੜਾਈ ਲੜ ਰਹੇ ਹਾਂ ਕੋਰਟਾਂ 'ਚ, ਉਹਦੀ ਮਾਈਨਿੰਗ ਰੁਕਵਾ ਰਹੇ ਹਾਂ। ਇਹ ਤਾਂ ਉਹਦੀ ਮਾਈਨਿੰਗ ਆਪ ਚਲਵਾ ਰਹੇ ਨੇ ਕੋਰਟ ਦੇ ਵਿੱਚ ਜਾ ਕੇ। ਉਹ ਅੱਜ 3 ਸਵਾਲ ਖੜੇ ਹੋ ਜਾਂਦੇ ਨੇ, ਭਗਵੰਤ ਮਾਨ ਸਾਹਿਬ ਤੇ, ਮਾਲਵਿੰਦਰ ਕੰਗ ਤੇ ਆਮ ਆਦਮੀ ਪਾਰਟੀ ਤੇ। ਜਿਹੜਾ ਬੰਦਾ ਜਿਹਦੀ ਐਂਟੀਸਪੇਟਰੀ ਬੇਲ ਡਿਸਮਿਸ ਹੈ, ਹਾਈ ਕੋਰਟ ਨੇ ਇੰਟਰਵੀਨ ਕਰਨ ਤੋਂ ਮਨਾ ਕਰਤਾ, ਅਰੈਸਟ ਸਟੇ ਨਹੀਂ ਦਿੱਤੀ, ਸਰਕਾਰ ਉਹਨੂੰ ਅਫੀਸ਼ੀਅਲ ਚਿੱਠੀ ਪੱਤਰ ਕਰਕੇ ਪਲੇਟਫਾਰਮ ਪ੍ਰੋਵਾਈਡ ਵੀ ਕਰਦੀ ਹੈ, ਉਹ ਮਾਈਨਿੰਗ ਕਰ ਰਿਹਾ ਹੈ। ਫਿਰ ਇਹ ਕਹਿੰਦੇ ਜੀ ਉਹਦੀ ਮਾਈਨਿੰਗ ਤੇ ਸਟੇ ਹੈ, ਤਾਂ ਮੈਂ ਤਾਂ ਫੇਰ ਚੈਲੰਜ ਕਰਦਾ ਕਿ ਦਿਖਾਓ ਕਿਹੜਾ ਸਟੇ ਆਰਡਰ ਹੈ। ਠੀਕ ਹੈ, ਚਲੋ ਕੋਈ ਸਟੇ ਹੈ ਹੀ ਨਹੀਂ। ਆਪਾਂ ਅੱਗੇ ਵਧੀਏ, ਸਟੇ ਆਰਡਰ ਦਿਖਾਓ, ਸਾਰਿਆਂ ਨੂੰ ਇੱਕ ਵਾਰੀ ਐਡ ਕਰਾਂ। ਮੈਂ ਤੁਹਾਡੇ ਤੋਂ ਜਵਾਬ ਲਵਾਂਗਾ। ਮੈਂ ਅਹਿਬਾਬ ਗਰੇਵਾਲ ਜੀ ਦਾ ਰੁਖ ਕਰਦਾ। ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਜੀ, ਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਬਹੁਤ ਸਬਜੈਕਟ ਜੀ, ਇਹ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਅਸੀਂ ਲੋਕਾਂ ਲਈ ਖੋਲਤੀ ਮਾਈਨਿੰਗ। ਇਹ ਕੱਲ ਜਾਂਦੇ ਨੇ ਉਹ ਬੰਦੇ ਦੀ ਟਰਾਲੀ ਨੂੰ ਜਾ ਕੇ ਹਰੀ ਝੰਡੀ ਦੇ ਕੇ ਆਉਂਦੇ ਨੇ ਜਿਹਨੇ ਸਰਕਾਰ ਦਾ 67,93,800 ਰੁਪਏ ਸਰਕਾਰ ਦੇ ਦੇਣੇ ਨੇ, ਤੇ ਕਹਿੰਦੇ ਮਾਈਨਿੰਗ ਮਾਫੀਆ ਖਤਮ ਕਰਕੇ ਅਸੀਂ ਬੰਦਿਆਂ ਨੂੰ ਦੇਤੀ ਮਾਈਨਿੰਗ ਜੀ, ਆਮ ਬੰਦੇ ਕਰ ਸਕਦੇ ਨੇ। ਤੁਸੀਂ ਤਾਂ ਜਿਹੜੇ ਮਾਈਨਿੰਗ ਮਾਫੀਆ ਉਹਨਾਂ ਦੀ ਟਰਾਲੀਆਂ ਨੂੰ ਤਾਂ ਝੰਡੀਆਂ ਦਿੰਦੇ ਹੋ ਤੇ ਲੋਕਾਂ ਦਾ ਤੁਸੀਂ ਬੇਵਕੂਫ ਬਣਾ ਰਹੇ ਹੋ। ਮੈਂ ਤਾਂ ਆਮ ਆਦਮੀ ਪਾਰਟੀ ਠੀਕ ਹੈ, ਚਲੋ ਹੁਣ ਜਵਾਬ ਨਾਲ ਐਡਾ ਧੋਖਾ ਕਿਉਂ? ਠੀਕ ਹੈ ਅਹਿਬਾਬ ਗਰੇਵਾਲ ਜੀ, ਬਹੁਤ ਸਾਰੀਆਂ ਗੱਲਾਂ ਮੈਂ ਉਸ ਤੋਂ ਬਾਅਦ ਸਵਾਲ ਪੁੱਛੂੰਗਾ, ਪਰ ਪਹਿਲਾਂ ਤੁਹਾਡਾ ਜਵਾਬ ਚਾਹੀਦਾ ਜਿਸ ਤਰੀਕੇ ਨਾਲ ਰਾਕੇਸ਼ ਚੌਧਰੀ ਨੂੰ ਲੈ ਕੇ, ਮਾਈਨਿੰਗ ਦੀਆਂ ਖੱਡਾਂ ਨੂੰ ਲੈ ਕੇ ਬਵਾਲ। ਗੌਰਵ ਜੀ, 1 ਅਪ੍ਰੈਲ 2023 ਜਦੋਂ ਨਵੀਂ ਮਾਈਨਿੰਗ ਪਾਲਿਸੀ ਲਾਗੂ ਹੋਊਗੀ, ਪਹਿਲੀ ਗੱਲ ਜੀ। ਦੂਜੀ ਗੱਲ 1997 ਜਿੱਥੇ ਮੇਰਾ ਰਿਕਾਰਡ ਬਾਰ-ਬਾਰ ਫਸ ਜਾਂਦਾ ਆ ਕੇ, ਜਦੋਂ ਪੰਜਾਬ ਸ਼ਾਂਤੀ ਬਹਾਲੀ ਹੋਈ ਉਦੋਂ ਪਹਿਲਾਂ ਕਈ ਬੱਚੇ, ਮੈਂ ਕੱਲ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਬੱਚਾ ਅੱਜ ਜੌਬ ਕਰ ਰਿਹਾ ਕਿਤੇ, ਕਹਿੰਦਾ ਜੀ ਮੇਰਾ ਬਰਥ 97 ਦਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਰੇਤਾ ਤਾਂ ਐਵੇਂ ਜਾ ਕੇ ਭਰ ਲਈਦਾ ਹੁੰਦਾ ਸੀਗਾ। 5 ਦਰਿਆਵਾਂ ਨੇ ਪਾਣੀ ਤਾਂ ਖਤਮ ਹੋ ਗਿਆ, ਰੇਤਾ ਤਾਂ ਅਸੀਂ ਉਹੀ ਭਰ ਲਿਆਉਂਦੇ ਸੀਗੇ। ਉਹਨਾਂ ਨੂੰ ਅੱਜ ਨਜ਼ਰ ਆ ਰਿਹਾ ਆਲਮੋਸਟ 26 ਸਾਲ ਬਾਅਦ, ਪੌਣੀ ਸਦੀ ਤੋਂ ਬਾਅਦ, ਕਿ ਰੇਤਾ ਤਾਂ ਆਪਣਾ ਹੈ, ਇਹ ਤਾਂ ਲੈ ਆਈਦਾ, ਇਹਨੂੰ ਕਮੋਡਿਟੀ ਕਿਹਨੇ ਬਣਾਇਆ ਜੀ? ਰੇਤਾ 5 ਦਰਿਆਵਾਂ ਦੀ ਧਰਤੀ 'ਚ ਰੇਤਾ ਕਮੋਡਿਟੀ ਕਿਹਨੇ ਬਣਾਇਆ? ਅੱਜ ਇੱਕ ਰਕੇਸ਼ ਚੌਧਰੀ ਬਹੁਤ ਵੱਡਾ ਬੰਬ ਡਿੱਗ ਗਿਆ। ਮੈਨੂੰ ਸਮਝ ਇਹ ਨਹੀਂ ਆ ਰਹੀ, ਮਜੀਠੀਆ ਸਾਹਿਬ ਦੀ PC ਹੁੰਦੀ ਹੈ, ਬੜੀ ਡਰਾਮੈਟਿਕਸ ਹੁੰਦੀਆਂ ਨੇ, ਤਿੰਨ ਪਲੇ ਕੀਤੇ ਜਾਂਦੇ ਕਲਿਪਸ, ਕੱਟਰ ਇਮਾਨਦਾਰ, ਰਕੇਸ਼ ਚੌਧਰੀ ਦਾ ਫਲਾਣਾ ਹੋ ਗਿਆ। ਭਾਈ ਸਾਹਿਬ, ਪੁਰਾਣੇ ਜਿਹੜੇ ਵੀ ਚੋਰ ਮੋਰੀਆਂ ਤੋਂ, ਰਾਹਾਂ ਤੋਂ, ਜਿਨ੍ਹਾਂ ਨੂੰ ਵੀ ਠੇਕੇ ਦਿੱਤੇ ਗਏ ਸੀਗੇ, ਉਹ ਹੈਗੇ ਆ। ਪੰਜਾਬ ਸਰਕਾਰ ਨੇ ਰੱਦ ਹੀ ਕੀਤਾ ਨਾ ਜੀ। ਆਪਾਂ ਨੂੰ ਇਹੀ ਕਿਹਾ ਗਿਆ ਨਾ ਕਿ ਸ਼ੋ ਕਾਜ਼ ਨੋਟਿਸ ਨਹੀਂ ਦਿਖਾਇਆ, ਆਰਡਰ ਨੰਬਰ ਫਲਾਣਾ ਧਮਕਾਣਾ। ਇੱਕ ਮੈਂ ਛੋਟੀ ਜਿਹੀ ਗੱਲ ਸਾਰੇ ਪੰਜਾਬੀਆਂ ਦੀ ਜਾਣਕਾਰੀ ਲਈ ਦੱਸਦਾ ਕਿ ਮਾਈਨਿੰਗ ਪਾਲਿਸੀ ਤੇ ਪੰਜਾਬ ਦੀ ਮਾਈਨਿੰਗ ਅੱਜ ਦੀ ਡੇਟ 'ਚ
ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਮੋਨੀਟਰ ਕਰ ਰਿਹਾ ਹੈ। ਜੇ ਕੋਈ ਵੀ 1 ਰੁਪਏ ਦੀ 1 ਪੈਸੇ ਦੀ ਵੀ ਕੋਤਾਹੀ ਕਰੂਗਾ ਤਾਂ ਉਹ ਖਰਾਬੀ ਹੋਊਗੀ। ਐਂਡ ਦੂਜੀ ਗੱਲ ਗੌਰਵ ਜੀ, ਇੱਕ ਗੱਲ ਦੱਸਦਾ, ਇਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ, ਅੱਡੀ ਚੋਟੀ ਦਾ ਜ਼ੋਰ, ਕਿ ਲੋਕਾਂ ਲਈ ਆ ਥਾਵਾਂ ਨਾ ਖੁੱਲ ਸਕਣ। ਐਂਡ ਧੰਨਵਾਦੀਆਂ ਮਾਨਯੋਗ ਹਾਈ ਕੋਰਟ ਦੇ ਕਿ ਉਹਨਾਂ ਨੇ ਆ ਜਗ੍ਹਾ ਖੋਲੀਆਂ। ਉਹਨਾਂ ਨੇ ਕਿਹਾ ਕਿ ਖੋਲੋ, ਲੋਕਾਂ ਨੂੰ ਤਾਂ ਰਾਹਤ ਦਿਓ। ਇਹਨਾਂ ਨੇ ਤਾਂ ਟਿੱਪਰ ਮਾਫੀਆ, ਰੇਤਾ ਥੋੜੀ ਮਹਿੰਗਾ ਸੀ, 68,000 ਕਿਊਬਿਕ ਫੁੱਟ ਰੇਤਾ ਜਦ ਆਹ ਖੁੱਲੀਆਂ ਨੇ ਖੱਡਾਂ, ਥੋੜੀਆਂ ਨੇ ਵੱਧ ਨੇ, ਹਲੇ ਘੱਟ ਨੇ, ਸੀ ਵੱਧ ਖੋਲਾਂਗੇ। ਉਹ ਲੋਕ ਲੈ ਕੇ ਜਾ ਚੁੱਕੇ ਹੈ। ਤੇ ਜਦੋਂ ਲੈ ਕੇ ਜਾ ਤੁਸੀਂ ਕਹਿ ਰਹੇ ਹੋ ਕਿ ਰਾਕੇਸ਼ ਚੌਧਰੀ, ਗਰੇਵਾਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਰਾਕੇਸ਼ ਚੌਧਰੀ ਜਾਂ ਜੋ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਬੇਸਿਕਲੀ 5.5 ਰੁਪਏ ਜਿਹੜਾ ਫੁੱਟ ਰੇਤਾ ਤੁਸੀਂ ਦੇ ਰਹੇ ਹੋ ਉਸ ਦੀ ਵਜ੍ਹਾ ਨਾਲ ਹੈ। ਗੱਲ ਇਹ ਹੈ ਗੌਰਵ ਜੀ, ਜਿਹੜਾ ਵੀ ਇਲਜ਼ਾਮ ਲਾਉਣਾ, ਜਿਹੜਾ ਵੀ ਨੰਬਰ ਦੇਣਾ, ਬੜੇ ਡਰਾਮੈਟਿਕਸ ਕਰਨੇ ਆ, ਸਭ ਕੁਝ ਕਰਨਾ, ਉਹ ਕਰ ਲਓ, ਸਦਕੇ ਕਰ ਲਓ। ਪਰ ਇੱਕ ਗੱਲ ਦੱਸੋ ਕਿ ਮਾਨਯੋਗ ਹਾਈ ਕੋਰਟ ਇਹਨੂੰ ਮੋਨੀਟਰ ਕਰ ਰਿਹਾ ਕਿ ਨਹੀਂ ਕਰ ਰਿਹਾ? ਪਹਿਲੀ ਗੱਲ। ਦੂਜੀ ਗੱਲ, ਲੋਕਾਂ ਨੂੰ ਖੱਡਾਂ ਚੋਂ ਰੇਤਾ ਆਪ ਦਾ, ਜਿਵੇਂ ਆਪਣੀ ਧਰੋਹਰ ਹੁੰਦੀ ਹੈ, ਪੰਜਾਬ ਦੇ ਲੋਕਾਂ ਦੀ ਧਰੋਹਰ ਸੀ, ਇਹਨੂੰ ਕਮੋਡਿਟੀ ਬਣਾਇਆ ਇਹਨਾਂ ਦੋਹਾਂ ਨੇ ਰਲ ਕੇ, ਤਿੰਨਾਂ ਨੇ ਰਲ ਕੇ। ਅਸੀਂ ਉਹ ਖਤਮ ਕੀਤਾ। ਹੁਣ ਉਹ ਘੱਟੋ ਘੱਟ ਕਮੋਡਿਟੀ ਤਾਂ ਨਾ ਬਣਨ ਦੋ ਨਾ, ਤੁਸੀਂ ਤਾਂ ਰੇਤੇ ਤੋਂ ਹੀ ਸੋਨਾ ਬਣਾ ਲਿਆ। ਠੀਕ ਹੈ, ਚਲੋ ਆਪਾਂ ਛੋਟਾ ਜਿਹਾ ਜਵਾਬ ਲਈਏ। ਚੰਨੀ ਜੀ ਔਰ ਕੰਵਰ ਜੀ ਥੋੜਾ ਜਿਹਾ ਵੇਟ ਕਰੋ, ਬਹੁਤ ਛੋਟਾ ਜਵਾਬ ਦਿਓ ਪਲੀਜ਼। ਬਹੁਤ ਛੋਟਾ ਜਵਾਬ ਦਊਂਗਾ ਜੀ। ਇਹ ਜਿਹੜੇ ਅੱਜ ਗਰੇਵਾਲ ਸਾਹਿਬ ਕਹਿੰਦੇ ਕਮੋਡਿਟੀ ਬਣਾਇਆ ਕਿਨੇ, ਇਹਨਾਂ ਨੂੰ ਪੁੱਛੋ ਫਿਰ ਜਿਹੜਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਬਿਆਨ ਸੀ 50,000 ਕਰੋੜ ਤਾਂ ਮੈਂ ਮਾਈਨਿੰਗ ਚੋਂ ਕਮਾ ਲੈਣਾ ਹੈ, ਉਹ ਫਿਰ ਕਿਹੜੀ ਕਮੋਡਿਟੀ ਦਾ ਬਿਆਨ ਸੀ? ਬਾਬ ਗਰੇਵਾਲ ਜਵਾਬ ਦੇਣਾ। ਨੰਬਰ 2 ਅੱਜ ਤੁਸੀਂ ਇਹ ਤਾਂ ਮੰਨ ਲਿਆ ਕਿ ਜੋ ਤੁਹਾਡਾ ਮੁੱਖ ਮੰਤਰੀ, ਤੁਹਾਡਾ ਮਾਲਵਿੰਦਰ ਕੰਗ ਚੀਫ ਸਪੋਕਸਪਰਸਨ ਪਿਛਲੇ 2 ਦਿਨ ਤੋਂ ਝੂਠ ਮਾਰਦੇ ਨੇ ਕਿ ਹਾਈ ਕੋਰਟ ਦਾ ਸਟੇ ਹੈ, ਕੋਈ ਸਟੇ ਨਹੀਂ, ਇਹਦੀ ਬੇਲ ਹਾਈ ਕੋਰਟ ਨੇ ਬੇਲ ਨਹੀਂ ਦਿੱਤੀ, ਇਹ ਵੀ ਮੰਨ ਲਿਆ। ਹੁਣ ਤੁਸੀਂ ਦੂਜੇ ਪਾਸੇ ਨੂੰ ਜਾ ਰਹੇ ਹੋ। ਤੀਸਰੀ ਗੱਲ 1 ਸਾਲ ਤੋਂ ਮਾਈਨਿੰਗ ਪਾਲਿਸੀ ਕਿਉਂ ਨਹੀਂ ਆਈ? ਫਿਰ ਜਿਹੜੀ ਆ ਮਾਈਨਿੰਗ ਪਾਲਿਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਈ ਸੀ, ਜਿਹਦੇ 'ਚ ਤੁਸੀਂ ਆਪਣੇ ਮੁੱਖ ਮੰਤਰੀ ਬਾਰੇ ਲਿਖਿਆ ਸੀ ਕਿ ਜਿੰਨੀ ਪੰਜਾਬ ਦੇ ਬਾਹਰ ਇਲੀਗਲ ਮਾਈਨਿੰਗ ਹੋ ਰਹੀ ਹੈ ਉਹ ਪੰਜਾਬ ਦੇ ਵਿੱਚ ਟਿੱਪਰ ਆ ਕੇ ਰੇਤਾ ਵੇਚ ਲੈਣ, ਉਹਦਾ ਜਿਹੜਾ ਰੇਟ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਤੈਅ ਕਰਨਗੇ। ਮੈਂ ਬਹੁਤ ਇੱਕ ਮਿੰਟ ਛੋਟਾ ਜਿਹਾ ਜੀ, ਤੇ ਉਹ ਪੰਜਾਬ ਦੇ ਮੁੱਖ ਮੰਤਰੀ ਤੈਅ ਕਰਨਗੇ ਤੇ 7.5 ਰੁਪਏ ਦੇ ਹਿਸਾਬ ਨਾਲ ਤੈਅ ਹੋਇਆ। ਤੇ ਜਿਹੜੀਆਂ ਪਰਚੀਆਂ ਅਸੀਂ ਦਿਖਾਈਆਂ ਪ੍ਰੈਸ ਕਾਨਫਰੰਸ 'ਚ ਉਹ 3.5 ਰੁਪਏ ਦੀਆਂ, 500 ਕਰੋੜ ਦਾ ਉਹ ਕਪਲਾ। ਤੇ ਤੀਸਰੀ ਗੱਲ, ਇੱਕ ਛੋਟਾ ਜਵਾਬ, ਇੱਕ ਇਹਨਾਂ ਨੂੰ ਇਹ ਪੁੱਛ ਲਓ ਵੀ ਚਲੋ ਇਹ ਤਾਂ ਰਾਕੇਸ਼ ਚੌਧਰੀ ਦਾ ਹੋ ਗਿਆ ਤਾਂ ਮੈਂ ਸਾਰਾ ਦੱਸਦਾ ਵੀ ਕੋਈ ਸਟੇ ਨਹੀਂ। ਜਿਹੜਾ ਅਸ਼ੋਕ ਚਾਂਡਕ ਹੈ, ਜਿਹੜਾ ਕਾਂਗਰਸ ਦਾ ਲੀਡਰ ਹੈ, ਕਿਉਂਕਿ ਪੰਜਾਬ 'ਚ 2 ਹੀ ਮੇਨ ਪਲੇਅਰ ਨੇ, ਇੱਕ ਰਾਕੇਸ਼ ਚੌਧਰੀ, ਇੱਕ ਅਸ਼ੋਕ ਚਾਂਡਕ। ਅਸ਼ੋਕ ਚਾਂਡਕ ਤਾਂ ਹਾਈ ਕੋਰਟ ਗਿਆ ਹੀ ਨਹੀਂ ਸਟੇ ਲੈਣ, ਉਹਨੂੰ ਤਾਂ ਇਹਨਾਂ ਨੇ ਆਪ ਕਮੇਟੀ ਬਣਾ ਕੇ ਉਹਦਾ ਫਿਰ ਬਹਾਲ ਕਰਤਾ। ਉਹਦੇ ਬਾਰੇ ਕੀ ਕਹਿਣਾ? ਸੋ ਝੂਠ ਪੰਜਾਬ ਨੇ ਕਿੰਨਾ ਕੁ ਬੋਲਣਾ? ਫੈਕਟਸ ਤੇ ਆ ਕੇ ਗੱਲ ਕਰੋ ਗਰੇਵਾਲ ਸਾਹਿਬ। ਠੀਕ ਹੈ, ਯੂ ਆਰ ਅ ਲਰਨਡ ਮੈਨ। ਠੀਕ ਹੈ ਗਰੇਵਾਲ ਸਾਹਿਬ, ਬਹੁਤ ਛੋਟਾ ਸਟੇਟਮੈਂਟ ਸਰ ਪਲੀਜ਼, ਬਾਕੀ ਮਹਿਮਾਨ ਵੇਟ ਕਰ ਰਹੇ ਹਨ। ਗਰੇਵਾਲ ਸਾਹਿਬ ਥੈਂਕ ਯੂ ਵੈਰੀ ਮਚ। ਮੈਂ ਬਾਕੀ ਨਾਲ ਟਾਈਮ ਨਹੀਂ ਲਾਉਂਗਾ, ਮੈਂ ਇਹੀ ਗੱਲ ਕਹੂੰਗਾ ਕਿ ਇਹ ਜਿਹੜੀ ਪਾਲਿਸੀ ਹੈ ਇਹ 31 ਮਾਰਚ 2023 ਚ ਖਤਮ ਹੋ ਜਾਏਗੀ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਦੂਜੀ ਗੱਲ ਸਕ੍ਰੈਪ ਕਰਤੀ ਹੈ ਤਾਂ ਤੁਹਾਡੀ ਸਰਕਾਰ ਨੇ ਬਣਾਈ ਸੀ। ਪਲੀਜ਼ ਤਾਂ ਤੁਹਾਡੀ ਠੀਕ ਹੈ, ਚਲੋ ਇੱਕ ਕਰਕੇ ਤਾਂ ਤੁਹਾਡੀ ਪਾਲਿਸੀ ਹੈ, ਇਹ ਕਿਉਂ ਸਕ੍ਰੈਪ ਕੀਤੀ ਦੱਸੋ ਪੰਜਾਬ ਨੂੰ? ਇਹ ਵੀ ਦੱਸੋ। ਸਟੂਡੀਓ 'ਚ ਬੈਠੇ ਹੋ ਤੁਸੀਂ, ਤੂੰ ਤਾਂ ਮੈਂ ਨਾ ਕਰੋ। ਤੂੰ ਤਾਂ ਮੈਂ ਕੀ ਝੂਠ ਮਾਰੋਗੇ? ਜਵਾਬ ਨਹੀਂ ਇੱਕ ਇੱਕ ਕਰਕੇ ਸਰ, ਇੱਕ ਕਰਕੇ ਇੱਕ ਦੂਜੇ ਟਾਈਮ 'ਚ ਬੋਲੋਗੇ ਫਿਰ ਗੱਲ ਨਹੀਂ ਹੋਏਗੀ। ਪਲੀਜ਼ ਕਲੇਰ ਸਾਹਿਬ, ਕਲੇਰ ਜੀ, ਗਰੇਵਾਲ ਜੀ ਪਲੀਜ਼ ਇੱਕ ਇੱਕ ਕਰਕੇ। ਗਰੇਵਾਲ ਜੀ ਕੰਪਲੀਟ ਕਰ ਲਓ। ਮੈਂ ਕੰਪਲੀਟ ਕਰ ਲਾਂ। ਪਹਿਲੀ ਗੱਲ ਤਾਂ ਮੈਂ ਪਾਲਿਸੀ ਦੀ ਕਰਤੀ, ਪਹਿਲੀ ਗੱਲ। ਦੂਜੀ ਗੱਲ ਜਿਹੜੀ ਮੈਂ ਬੜੀ ਸਪਸ਼ਟ ਕਰਦਾ ਸਰ, ਬੜੀ ਸਪਸ਼ਟ ਕਰਦਾ, ਅਸੀਂ ਇਸ ਚੀਜ਼ ਨੂੰ ਅੱਜ ਪੰਜਾਬੀਆਂ ਨੂੰ ਇਹ ਕਹਿ ਰਹੇ ਆ ਕਿ ਇਹ ਕੋਈ ਸੋਨਾ ਨਹੀਂਗਾ, ਇਹ ਤੁਹਾਡੀ ਧਰੋਹਰ ਹੈ, ਤੁਹਾਨੂੰ ਮਿਲਣੀ ਚਾਹੀਦੀ ਹੈ। ਬਹੁਤ ਤਿਕੜਮ ਲੱਗ ਗਏ, ਬਹੁਤ ਸੱਜੇ ਖੱਬੇ ਹੋ ਗਏ, ਉਹ ਨਹੀਂ ਹੋ ਪਾਉਣਗੇ। ਜਿਹੜੀ ਮੋਸਟ ਇੰਪੋਰਟੈਂਟ ਗੱਲ ਹੈ, ਲੋਕਾਂ ਨੂੰ ਗੁੰਮਰਾਹ ਕਰਦੇ ਆ ਕਿ ਤੁਸੀਂ ਪਾਲਿਸੀ ਬਣਾਈ। ਅਸੀਂ ਅਮੈਂਡਮੈਂਟ ਲਿਆਉਣ ਦੀ ਕੋਸ਼ਿਸ਼ ਕੀਤੀ, ਤੁਹਾਡੇ ਬੰਦੇ ਹਾਈ ਕੋਰਟ ਗਏ, ਔਰ ਅਸੀਂ ਧੰਨਵਾਦੀ ਹਾਂ ਹਾਈ ਕੋਰਟ ਦੇ ਜਿਨ੍ਹਾਂ ਨੇ ਮੋਨੀਟਰ ਕੀਤਾ। ਤੇ ਕੱਲੀ ਜੇ ਅਸੀਂ ਕੁਝ ਠੀਕ ਹੈ ਥੋੜੇ ਵੇਟ ਪਲੀਜ਼, ਪਲੀਜ਼ ਥੋੜੇ ਵੇਟ ਕਰਨਾ ਪਏਗਾ। ਮੈਂ ਇੱਕ ਵਾਰ ਕਵਰ ਜੀ ਦਾ ਔਰ ਐਸਐਸ ਚੰਨੀ ਦਾ ਰੋਕ। ਗਰੇਵਾਲ ਸਾਹਿਬ ਲੋਕਾਂ ਨੂੰ ਝੂਠ ਨਾ ਬੋਲੋ, ਅਮੈਂਡਮੈਂਟ ਨਹੀਂ ਹੈਗੀ, ਇਹ ਹੈਗੀ ਹੈ ਪੰਜਾਬ ਸਟੇਟ ਸੈਂਡ ਐਂਡ ਗ੍ਰੇਵਲ ਮਾਈਨਿੰਗ ਪਾਲਿਸੀ। ਪਲੀਜ਼ ਮੈਂ ਥੋੜੇ ਰਿਕੁਐਸਟ ਕਰ ਰਿਹਾ, ਥੋੜਾ ਇੰਤਜ਼ਾਰ ਕਰੋ। ਮੈਂ ਸਾਰੇ ਮਹਿਮਾਨਾਂ ਦਾ ਰੁਕ ਕਰਾਂ, ਨਹੀਂ ਫਿਰ ਐਵੇਂ ਗੱਲ ਨਹੀਂ ਬਣੇਗੀ। ਸਾਰਿਆਂ ਨੂੰ ਬਰਾਬਰ ਟਾਈਮ ਜ਼ਰੂਰੀ ਹੁੰਦਾ ਹੈ। ਆਪਾਂ ਕਾਂਗਰਸ ਦਾ ਰੁਕ ਕਰਦੇ ਹਾਂ। ਹਰਪ੍ਰੀਤ ਜੀ ਦੇਖੋ, ਇਸ ਸਮੇਂ ਕਾਂਗਰਸ ਦੇ ਉੱਤੇ ਵੀ ਬਹੁਤ ਸਾਰੇ ਇਲਜ਼ਾਮ ਨੇ। ਬਿਕਰਮ ਮਜੀਠੀਆ ਦੀ ਪੀਸੀ ਨੂੰ ਸੁਣੋ ਤੁਸੀਂ ਪ੍ਰੈਸ ਕਾਨਫਰੰਸ ਨੂੰ, ਤਾਂ ਜਿੰਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਲਜ਼ਾਮ ਲਗਾਉਂਦੇ ਨੇ, ਪੈਰਲਲ ਇਲਜ਼ਾਮ ਲਗਾਉਂਦੇ ਕਾਂਗਰਸ ਦੇ ਉੱਤੇ ਕਿ ਕਾਂਗਰਸ ਨੇ ਹੀ ਰਾਕੇਸ਼ ਚੌਧਰੀ ਨੂੰ ਬਣਾ ਦਿੱਤਾ ਇੰਨਾ ਵੱਡਾ, ਔਰ ਇਸ ਤਰੀਕੇ ਨਾਲ ਜਿਵੇਂ ਉਹਨਾਂ ਦੇ ਉੱਪਰ ਪਰਚੇ ਤੁਹਾਡੀ ਸਰਕਾਰ ਦੇ ਸਮੇਂ ਵੀ ਹੁੰਦੇ ਆਏ ਸੀ, 2021 ਦੇ ਵਿੱਚ ਵੀ ਹੋਇਆ।
ਦੇਖੋ ਗੌਰਵ ਜੀ, ਗੱਲ ਇਹ ਹੈ, ਜਿਸ ਵਿਅਕਤੀ ਦੇ ਉੱਤੇ ਆਪਣੇ ਉੱਤੇ ਸੰਗੀਨ ਇਲਜ਼ਾਮ ਹੋਣ ਨਾ ਤੇ ਉਸ ਬੰਦੇ ਦੇ ਬਿਆਨਾਂ ਤੇ ਕੋਰਟ ਵੀ ਭਰੋਸਾ ਨਹੀਂ ਕਰਦੀ। ਤੇ ਪੰਜਾਬ ਦੇ ਲੋਕਾਂ ਨੇ ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਅੱਜ ਪੰਜਾਬ ਦੀ ਰਾਜਨੀਤੀ ਦੇ ਹਾਸ਼ੀ ਤੇ ਪਹੁੰਚਾ ਦਿੱਤਾ ਨਾ, ਇਹ ਸਿਰਫ ਆਪਣੀ ਗੁਆਚੀ ਜ਼ਮੀਨ ਤਰਾਸ਼ਣ ਲਈ ਕੁਝ ਵੀ ਕਰ ਰਹੇ ਹੈ। ਸੋ ਇਹਨਾਂ ਦੀ ਗੱਲ ਦਾ ਮੈਂ ਬੁਰਾ ਵੀ ਨਹੀਂ ਮਨਾਉਂਦਾ, ਕਿਉਂਕਿ ਇਹ ਅੱਜ ਅਕਾਲੀ ਦਲ ਦੀ ਜਿਹੜੀ ਪਾਣੀਓ ਪਤਲੀ ਹਾਲਤ ਹੈ ਨਾ, ਤੇ ਇਹਨਾਂ ਦੇ ਖਿਲਾਫ ਹੋਰ ਕੁਝ ਬੋਲਣ ਨੂੰ ਦਿਲ ਨਹੀਂ ਕਰਦਾ ਕਿ ਮਰੇ ਹੋਏ ਨੂੰ ਮਾਰਨਾ ਕੀ। ਮਸਲਾ ਤਾਂ ਇਸ ਗੱਲ ਦਾ, ਆਪਾਂ ਗੱਲ ਕਰੀਏ ਅੱਜ ਦੀ ਜਿਹੜੀ ਪੋਜੀਸ਼ਨ ਹੈ, ਜਿਹੜੀ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਜੋ ਆਪਣੇ ਦਿੱਤੇ ਹੋਏ ਫੈਸਲੇ ਇਹਨਾਂ ਦੇ ਉੱਤੇ ਨਾ ਯੂ ਟਰਨ ਲੈਣ ਦੀ ਜਿਹੜੀ ਇਹਨਾਂ ਦੀ ਇੱਕ ਆਦਤ ਬਣ ਚੁੱਕੀ ਹੈ। ਔਰ ਮੈਂ ਸਮਝਦਾ ਕਿ ਇੱਕ ਰਿਕਾਰਡ ਕਾਇਮ ਕਰਤਾ ਇਹਨਾਂ ਨੇ ਆਪਣੇ ਹੀ ਕਈਆਂ ਹੋਈਆਂ ਗੱਲਾਂ ਤੋਂ ਯੂ ਟਰਨ ਲੈਣ ਦੇ ਮਾਮਲੇ ਦੇ ਵਿੱਚ, ਚਾਹੇ ਉਹ ਫਿਰ ਐਕਸਾਈਜ਼ ਪਾਲਿਸੀ ਦੀ ਗੱਲ ਹੋਵੇ ਜਾਂ ਫਿਰ ਅੱਜ ਜਿਵੇਂ ਤਾਜ਼ਾ ਮਨੀਸ਼ਾ ਗੁਲਾਟੀ ਦਾ ਕੇਸ ਹੋਇਆ। ਸੋ ਬਹੁਤ ਸਾਰੀਆਂ ਗੱਲਾਂ ਨੇ, ਮੈਂ ਉਹਦੇ ਜ਼ਿਆਦਾ ਲੰਬੀ ਡਿਟੇਲ 'ਚ ਨਹੀਂ ਪੈਣਾ ਚਾਹੁੰਦਾ ਕਿਉਂਕਿ ਫਿਰ ਮੁੱਦੇ ਤੋਂ ਆਪਾਂ ਭਟਕ ਜਾਂਦੇ ਹਾਂ। ਮਸਲਾ ਇਸ ਗੱਲ ਦਾ ਵੀ ਜੇਕਰ ਕੋਈ ਵਿਅਕਤੀ ਪਹਿਲਾਂ ਹੀ ਕਿਸੇ ਖਾਸ ਮਾਮਲੇ ਦੇ ਵਿੱਚ ਕੇਸ ਦਾ ਸਾਹਮਣਾ ਕਰ ਰਿਹਾ, ਮੁਲਜ਼ਮ ਹੈ, ਤੇ ਉਸ ਦੇ ਹੱਕ ਦੇ ਵਿੱਚ ਸਰਕਾਰ ਵੱਲੋਂ ਖੜੇ ਹੋਣਾ ਬਿਲਕੁਲ ਸ਼ੱਕ ਤਾਂ ਪੈਦਾ ਕਰਦਾ ਹੈ। ਸਰਕਾਰ ਹੱਕ 'ਚ ਖੜੀ ਨਜ਼ਰ ਆਉਂਦੀ? ਬਿਲਕੁਲ ਸਰਕਾਰ ਖੜੀ। ਕਿਉਂ ਲੱਗਦਾ ਤੁਹਾਨੂੰ? ਦੇਖੋ, ਉਹਦਾ ਕਾਰਨ ਇਹ ਹੈ ਕਿ ਸਰਕਾਰ ਕੋਲ ਹਰ ਤਰ੍ਹਾਂ ਦੀਆਂ ਪਾਵਰਸ ਹੁੰਦੀਆਂ ਨੇ। ਜੇਕਰ ਜਿਸ ਤਰ੍ਹਾਂ ਗੱਲ ਕੀਤੀ ਜਾ ਰਹੀ ਹੈ ਕਿ ਉਹ ਸਮੇਂ ਤੋਂ ਪਹਿਲਾਂ ਟਰਮੀਨੇਟ ਕਰਨ ਦੀ ਗੱਲ, ਤਾਂ ਬਿਲਕੁਲ ਸਰਕਾਰ ਐਕਸ਼ਨ ਲੈ ਸਕਦੀ ਸੀ, ਕਿਉਂਕਿ ਇੱਕ ਵਿਅਕਤੀ ਇੱਕ ਕੇਸ ਦੇ ਵਿੱਚ ਪਹਿਲਾਂ ਹੀ ਜਿਹੜਾ ਮੁਲਜ਼ਮ ਹੈ ਉਹ ਅਰੈਸਟ ਵੀ ਹੋ ਚੁੱਕਿਆ, ਚਾਹੇ ਉਹ ਬੇਲ ਤੇ ਹੈ ਜਾਂ ਬੇਲ ਤੋਂ ਬਾਹਰ। ਮੈਂ ਉਸ ਪਿੱਛੇ ਹਰਪ੍ਰੀਤ ਜੀ ਟਰਮੀਨੇਟ ਤਾਂ ਫਿਰ ਤੁਹਾਡੀ ਸਰਕਾਰ ਵੀ ਕਰ ਸਕਦੀ ਸੀ। ਬਿਕਰਮ ਮਜੀਠੀਆ ਇਹ ਇਲਜ਼ਾਮ ਲਗਾ ਰਹੇ ਨੇ ਕਿ ਪਹਿਲਾਂ ਚੰਨੀ ਜੀ ਦੇ ਨਾਲ ਸੈਟਿੰਗ ਸੀ, ਹੁਣ ਮੌਜੂਦਾ ਸਰਕਾਰ ਦੇ ਨਾਲ ਸੈਟਿੰਗ ਹੈ। ਫਿਰ ਜੇ ਟਰਮੀਨੇਟ ਵਾਲੀ ਗੱਲ ਹੈ ਤਾਂ 2020 ਤੋਂ ਠੇਕਾ ਉਹਨਾਂ ਦੇ ਕੋਲ ਹੈ, ਪਹਿਲਾਂ ਵੀ ਟਰਮੀਨੇਟ ਹੋ ਸਕਦਾ ਸੀ 2022 ਤੋਂ ਪਹਿਲਾਂ। ਠੀਕ ਹੈ ਨਾ। ਹੁਣ ਮੈਂ ਇਹ ਕਹਿ ਰਿਹਾ, ਗੱਲ ਨੂੰ ਸਮਝੋ। ਬਿਕਰਮ ਮਜੀਠੀਆ ਦੀ ਮੈਂ ਨਹੀਂ ਗੱਲ ਸਮਝਦਾ ਕੀ ਕਹਿ ਰਹੇ ਆ ਕੀ ਨਹੀਂ ਕਹਿ ਰਹੇ, ਮੈਂ ਉਹ ਚੋਂ ਕੁਝ ਨਹੀਂ ਲੈਣਾ। ਮੈਂ ਤਾਂ ਇਹ ਕਹਿਣਾ, ਜੇ ਇੱਕ ਵਿਅਕਤੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਲੱਗਿਆ ਜੀ, ਤਾਂ ਜਿੰਨਾ ਚਿਰ ਤੱਕ ਉਹ ਉਸ ਦੇ ਵਿੱਚੋਂ ਬਾਇਜ਼ਤ ਬਰੀ ਨਹੀਂ ਹੋ ਜਾਂਦਾ, ਤਾਂ ਬਿਲਕੁਲ ਉਸ ਨੂੰ ਉਸ ਕੰਮ ਤੋਂ ਹਟਾ ਕੇ ਰੱਖਣਾ ਚਾਹੀਦਾ। ਉਹਦੇ ਉੱਤੇ ਉਹਨੂੰ ਕੰਟੀਨਿਊ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ, ਚਾਹੇ ਉਹ ਸਾਡੀ ਸਰਕਾਰ 'ਚ ਰਿਹਾ, ਚਾਹੇ ਉਹ ਕਿਸੇ ਦੀ ਵੀ ਸਰਕਾਰ 'ਚ ਰਿਹਾ। ਠੀਕ ਹੈ। ਮੈਂ ਇਹ ਕਹਿ ਰਿਹਾ ਕਿ ਇੱਕ ਗੱਲ ਨੂੰ ਸਮਝੋ ਗੌਰਵ ਜੀ, ਤੁਸੀਂ ਪੰਜਾਬੀਆਂ ਨੂੰ ਵੀ ਇਸ ਗੱਲ ਨੂੰ ਸਮਝ ਲੈਣ ਦਿਓ ਤੇ ਤੁਸੀਂ ਵੀ ਸਮਝੋ। ਮੈਂ ਕਹਿੰਦਾ ਕਿ ਸਾਰੇ ਵਿਰੋਧੀ ਵੀ ਸਮਝ ਲੈਣ। ਮਸਲਾ ਇਸ ਗੱਲ ਦਾ ਵੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ 'ਚ ਤੁਹਾਨੂੰ ਪਤਾ 5.5 ਰੁਪਏ ਰੇਤ ਦਾ ਰੇਟ ਮਿਸ ਦਿੱਤਾ ਗਿਆ ਸੀ ਕਿ ਜਾ ਕੇ ਖੱਡ ਤੋਂ ਕੋਈ ਵੀ ਭਰ ਲੇ 5.5 ਰੁਪਏ। ਤੇ ਇਹਨਾਂ ਨੇ, ਆਮ ਆਦਮੀ ਪਾਰਟੀ ਵਾਲਿਆਂ ਨੇ ਜਿੱਦਾਂ ਸੱਤਾ ਬਦਲੀ, ਜਿੱਦਾਂ ਇਹ ਪਾਵਰ 'ਚ ਆਏ, ਇਹਨਾਂ ਨੇ ਸੈਂਡ ਮਾਈਨਿੰਗ ਦੇ ਨਾਂ ਤੇ ਪੰਜਾਬ 'ਚ 골ਡ ਮਾਈਨਿੰਗ ਸ਼ੁਰੂ ਕਰਤੀ। ਜਿਸ ਤਰੀਕੇ ਨਾਲ ਪੰਜਾਬ 'ਚ ਰੇਤੇ ਦੀ ਲੁੱਟ ਹੋਈ ਤੁਹਾਨੂੰ ਵੀ ਪਤਾ, 40 ਰੁਪਏ ਫੁੱਟ ਇੱਥੇ ਰੇਤਾ ਵਿਕਿਆ ਅਗਲ ਗੁਣੇ ਭਾਅ ਦੇ ਵਿੱਚ। ਤੇ ਜਿਹੜੀ ਇਹਨਾਂ ਨੇ 1 ਸਾਲ ਇਹ 골ਡ ਮਾਈਨਿੰਗ ਕੀਤੀ, ਔਰ ਉਸ ਤੋਂ ਬਾਅਦ ਅੱਜ ਫਿਰ ਉਸੇ ਵਿਅਕਤੀ ਨੂੰ ਕੰਟੀਨਿਊ ਕਰ ਰਿਹਾ ਜਿਹੜਾ ਕਿ ਕਾਂਗਰਸ ਸਰਕਾਰ ਦੇ ਸਮੇਂ ਮਾਈਨਿੰਗ ਕਰ ਰਿਹਾ ਸੀਗਾ ਜਾਂ ਜੇ ਕੋਈ ਠੇਕੇ ਸੀ, ਔਰ ਜਿਸ ਬੰਦੇ ਦੇ ਰਾਹੀਂ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਸੀ ਅੱਜ ਵੀ ਉਹੀ ਕਰ ਰਿਹਾ। ਤੇ ਫਿਰ ਇੱਕ ਤੇ ਕਾਂਗਰਸ ਪਾਰਟੀ ਜਿਹੜੀ ਹੈ ਜੋ ਉਹਦੇ ਉੱਤੇ ਇਲਜ਼ਾਮ ਲਾਏ ਸੀ, ਉਹ ਕਿਤੇ ਨਾ ਕਿਤੇ ਬੇਬੁਨਿਆਦ ਸਾਬਤ ਹੁੰਦੇ ਜਾ ਰਹੇ ਨੇ। ਦੂਸਰੀ ਗੱਲ ਇਹ ਹੈ ਵੀ ਸਰਕਾਰ ਦੀ ਨੀਅਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਫ਼ ਝਲਕਦੀ ਹੈ ਕਿ ਇਹਨਾਂ ਨੇ ਪਹਿਲਾਂ ਰੇਤੇ ਦੇ ਮਾਮਲੇ ਵਿੱਚ ਪੰਜਾਬ ਨੂੰ ਹਰ ਤਰ੍ਹਾਂ ਨਾਲ ਲੁੱਟਿਆ, ਔਰ ਅੱਜ ਜੋ ਚੱਲ ਰਿਹਾ ਕਿ ਚਲੋ ਲੋਕਾਂ ਨੂੰ ਰਾਹਤ ਦੇਣ ਦੇ ਮਾਮਲੇ 'ਚ ਜਾਂ ਜੋ ਵੀ ਹੈ, ਇਹ ਮੈਂ ਇਹ ਸਮਝਦਾ ਹੋਰ ਕੁਝ ਹੋਵੇ ਨਾ ਹੋਵੇ, ਕਾਂਗਰਸ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਸ ਨੂੰ ਕਲੀਨ ਚਿੱਟ ਇਸ ਸਰਕਾਰ ਨੇ ਬਿਲਕੁਲ ਦਿੱਤੀ ਹੈ। ਕਿਉਂਕਿ ਜੇਕਰ ਰਕੇਸ਼ ਚੌਧਰੀ ਨੂੰ ਜਿਹੜਾ ਪਹਿਲਾਂ ਵੀ ਕਰ ਰਿਹਾ ਸੀ ਉਹ ਅੱਜ ਵੀ ਕਰ ਰਿਹਾ, ਤੇ ਮਤਲਬ ਸਰਕਾਰ ਵੱਲੋਂ ਇਹ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਨਾਲ ਕਲੀਨ ਚਿੱਟ ਦਿੱਤੀ ਗਈ ਹੈ ਕਿ ਉਸ ਸਮੇਂ ਅਜਿਹਾ ਕੁਝ ਨਹੀਂ ਹੋਇਆ ਜਿਸ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, ਚਾਹੇ ਅਕਾਲੀ ਦਲ ਕਰ ਰਿਹਾ ਸੀ ਤੇ ਚਾਹੇ ਆਮ ਆਦਮੀ। ਮਤਲਬ ਇਹਦਾ ਇੱਕ ਮਤਲਬ ਇਹ ਵੀ ਨਿਕਲਦਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੇ ਸਮੇਂ ਜੇ ਰਾਕੇਸ਼ ਚੌਧਰੀ ਕੰਮ ਕਰ ਰਿਹਾ ਸੀ ਤਾਂ ਫਿਰ ਕੋਈ ਦਿੱਕਤ ਨਹੀਂ ਸੀ। ਪਰਚੇ ਤਾਂ ਉਸ ਸਮੇਂ ਵੀ ਹੋ ਗਏ ਨਾ ਸਰ। ਮੈਂ ਰਕੇਸ਼ ਚੌਧਰੀ ਦਾ ਬੁਲਾਰਾ ਨਹੀਂ, ਮੈਂ ਰਕੇਸ਼ ਚੌਧਰੀ ਦਾ ਮੈਂ ਕਾਂਗਰਸ ਪਾਰਟੀ ਦੀ ਗੱਲ ਕਰ ਰਿਹਾ। ਦੇਖੋ ਗੱਲ ਤਾਂ ਇਹ ਹੈ, ਜੇਕਰ ਉਹਦੇ ਉੱਤੇ ਇਲਜ਼ਾਮ ਲੱਗੇ ਨੇ ਤਾਂ ਉਹਨੂੰ ਟਰਮੀਨੇਟ ਕਰ ਦੇਣਾ ਚਾਹੀਦਾ ਸੀ, ਔਰ ਉਸ ਦੇ ਉੱਤੇ ਕੇਸ ਜਿਹੜਾ ਚੱਲ ਰਿਹਾ ਉਸ ਦਾ ਨਿਪਟਾਰਾ ਹੋਣ ਤੱਕ, ਉਹਦੇ ਬਰੀ ਹੋਣ ਤੱਕ ਉਹਨੂੰ ਕੰਟੀਨਿਊ ਨਹੀਂ ਕਰਨਾ ਚਾਹੀਦਾ ਸੀ। ਤਾਂ ਮਤਲਬ ਜੇ ਅੱਜ ਉਹ ਕੰਟੀਨਿਊ ਕਰ ਰਿਹਾ ਤਾਂ ਇਹਦਾ ਮਤਲਬ ਤਾਂ ਇਹੀ ਹੈ ਨਾ ਕਿ ਜਿਹੜੇ ਉਹਦੇ ਉੱਤੇ ਇਲਜ਼ਾਮ ਸੀ ਉਹਨਾਂ ਦੇ ਉੱਤੇ ਉਹ ਕੋਈ ਪੁਖਤਾ ਨਹੀਂ ਸੀ, ਉਹਨਾਂ ਦਾ ਕੋਈ ਬੇਸ ਨਹੀਂ ਸੀਗਾ, ਉਹ ਬੇਸਲੈਸ ਇਲਜ਼ਾਮ ਸੀ, ਤਾਂ ਹੀ ਉਹ ਕੰਟੀਨਿਊ ਕਰ ਰਿਹਾ। ਇਹਦੇ ਉੱਤੇ ਇਹਨਾਂ ਇਲਜ਼ਾਮਾਂ ਦੇ ਉੱਤੇ ਅੱਜ ਜਵਾਬ ਜਿਹੜਾ ਉਹ ਸਰਕਾਰ ਦਾ ਦੇਣਾ ਬਣਦਾ। ਬਿਲਕੁਲ ਸਰਕਾਰ ਦਾ ਬਣਦਾ ਦੇਣਾ। ਚਲੋ ਆਪਾਂ ਇੱਕ ਵਾਰੀ ਚੰਨੀ ਜੀ ਦਾ ਰੁਕ ਕਰਾਂ, ਬਹੁਤ ਦੇਰ ਦੇ ਇਸ ਵਾਰ ਅੱਜ ਇੰਤਜ਼ਾਰ ਕਰ ਰਹੇ ਨੇ, ਬਹੁਤ ਲੇਟ ਆਪਾਂ ਉਹਨਾਂ ਦਾ ਰੁਕ ਕਰ ਰਹੇ ਹਾਂ। ਚੰਨੀ ਜੀ, ਹੋਪਫੁਲੀ ਤੁਹਾਡੇ ਤੱਕ ਆਵਾਜ਼ ਪਹੁੰਚਣੀ ਹੋਵੇਗੀ। ਬੀਜੇਪੀ ਇਸ ਨੂੰ ਕਿਵੇਂ ਦੇਖ ਰਹੀ ਹੈ? ਬਹੁਤ ਸਾਰੇ ਐਲੀਗੇਸ਼ਨਸ ਦੀ ਭਰਮਾਰ ਹੈ ਤੇ ਇਸ ਸਭ ਦੇ ਵਿਚਾਲੇ ਜ਼ਿਕਰ ਹੋ ਰਿਹਾ ਕਿ ਵਾਕਈ ਹੀ ਪੰਜਾਬ ਦੇ ਵਿੱਚ ਜਿਹੜੀ ਮਾਈਨਿੰਗ ਹੈ ਉਸ ਦੇ ਉੱਪਰ ਕੁਐਸਚਨ ਮਾਰਕ ਹੈ, ਕਿਉਂਕਿ ਇਲੀਗਲ ਮਾਈਨਿੰਗ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਉਹ ਕਿਹਾ ਜਾ ਰਿਹਾ ਕਿ ਇੱਕ ਠੇਕੇਦਾਰ ਜੋ ਇਲਜ਼ਾਮਾਂ ਦੇ ਘੇਰੇ ਦੇ ਵਿੱਚ 4 ਪਰਚੇ ਕਰ ਦਿੱਤੇ ਗਏ ਤੇ ਉਸ ਨੂੰ ਦੁਬਾਰਾ ਕੰਮ ਦੇ ਦਿੱਤਾ ਗਿਆ।
देखो कौल जी, मैं ये कहना चाह रहा कि जे तुहानू याद होवे तां इलेक्शन तो पहला सरदार भगवंत सिंह मान ने कहा सी कि ये जिहड़ा रेते दा काला बाजार हैगा, मैं इहनूं बंद करके 28,000 करोड़ रुपया मैं पंजाब के खजाने ते पंजाब के लोगों की झोली च पाऊं। ਉਹ ਹੁਣ ਸਾਲ ਤਾਂ ਪੂਰਾ ਹੋਣ ਲੱਗਾ, ਇਹ ਨਹੀਂ ਪਤਾ ਕਿ 28,000 ਕਰੋੜ ਰੁਪਇਆ ਜਿਹੜਾ ਖਜ਼ਾਨੇ 'ਚ ਪਾਉਣਾ ਸੀ ਉਹ ਕਿਹਦੇ ਖਜ਼ਾਨੇ ਚਲਾ ਗਿਆ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ। ਇੱਕ ਗੱਲ ਮੈਂ ਕਹਿੰਦਾ ਹੈ ਕਿ ਇਹ ਕਹਿੰਦੇ ਆ ਜੀ ਅਸੀਂ ਹੁਣ ਪਤਾ ਨਹੀਂ ਕੀ ਕੁਛ ਕਰਤਾ, ਇੰਨੀਆਂ ਖੱਡਾਂ ਖੋਦੀਆਂ ਤੇ ਰਾਤ ਨੂੰ ਮਾਈਨਿੰਗ ਨਹੀਂ ਹੋਏਗੀ ਤੇ ਟ੍ਰਾਂਸਪੇਰੈਂਟ ਸਿਸਟਮ ਹੋਏਗਾ, ਐਪ ਨੂੰ ਵੀ ਲਗਾ ਕੇ ਸਭ ਕੁਛ ਕਰਤਾ ਜੀ। ਤੇ ਕੱਲ ਰਾਤ ਹੀ ਡੇਰਾ ਬੱਸੀ ਏਰੀਏ ਦੇ ਵਿੱਚ ਇੱਕ ਬੰਦਾ ਜਿਹੜਾ ਸ਼ਾਮਲਾਤ ਲੈਂਡ ਦੇ ਉੱਪਰੋਂ ਰਾਤ ਨੂੰ 11 ਵਜੇ ਉਹ ਰੋਕ ਰਿਹਾ ਸੀਗਾ ਜਿਹੜੀ ਮਾਈਨਿੰਗ ਨੂੰ, ਤੇ ਉਹਦੇ ਉੱਪਰ ਟਰੈਕਟਰ ਚੜਾ ਕੇ ਇਹਨਾਂ ਦੇ ਜਿਹੜੇ ਬੰਦੇ ਮਾਫੀਆ ਦੇ ਵਾਲੇ ਗੈਂਗਸਟਰਸ ਨੇ ਉਹਨਾਂ ਨੇ ਮਾਰਤਾ। ਇਹ ਗੱਲ ਹੈ। ਠੀਕ ਹੈ। ਤੀਜੀ ਗੱਲ ਜਿਹੜੀ ਹੈਗੀ ਹੈ, ਦੇਖੋ ਇਹ ਸਰੇਆਮ ਹੈ ਕਿ ਇਹਨਾਂ ਦੀ ਮਿਲੀ ਭੁਗਤ ਸੀ ਕਿ ਜਦੋਂ ਇਹਨਾਂ ਨੇ ਟਰਮੀਨੇਟ ਕੀਤਾ, ਔਰ ਇਹਨਾਂ ਕੋਈ ਵੀ ਬੇਵਕੂਫ ਅਫਸਰ ਜਾਂ ਸਰਕਾਰ ਨਹੀਂ ਹੋ ਸਕਦੀ ਕਿ ਉਹ ਬਿਨਾਂ ਸ਼ੋ ਕਾਜ਼ ਨੋਟਿਸ ਦੇ ਕਿਸੇ ਬੰਦੇ ਦਾ ਜਿਹੜਾ ਐਗਰੀਮੈਂਟ ਹੈਗਾ, ਕੰਟਰੈਕਟ ਹੈਗਾ, ਉਹਨੂੰ ਉਹ ਰੱਦ ਕਰ ਦੇਵੇ। ਇੱਕ ਵਧੀਆ ਹੁੰਦਾ ਹੈ ਜੇ ਅਸੀਂ ਇਹ ਕਰਦੇ ਹਾਂ ਤੂੰ ਕੋਰਟ ਚੱਲ ਜੀ ਫੇਰ ਹੋ ਜਾਏਗਾ, ਪਰ ਜੇ ਕੋਈ ਇਹੋ ਜਿਹੇ ਮਾੜੇ ਕਰੈਕਟਰ ਦਾ ਬੰਦਾ ਔਰ ਇੰਨੇ ਉਹਦੇ ਓਪਨ ਹੋ ਵੀ ਉਹਦੇ ਇੱਕ ਸਟੇਟਮੈਂਟ ਉਹਨੇ ਦਿੱਤੀ, ਹੈਰਾਨ ਹੈ। ਉਹ ਕਹਿੰਦਾ ਜੀ ਮੈਂ ਉਸ ਵੇਲੇ ਦੇ ਹੀ ਪੈਸੇ ਭਰਤੇ ਸਰਕਾਰ ਨੂੰ ਜਦੋਂ ਮੈਂ ਮਾਈਨਿੰਗ ਹੀ ਨਹੀਂ ਕੀਤੀ। ਐਡਾ ਵੱਡਾ ਦਾਨੀ ਤਾਂ ਹੋ ਨਹੀਂ ਸਕਦਾ ਉਹ, ਪਰ ਉਹਨੂੰ ਉਹਨਾਂ ਨੇ ਕਿਹਾ ਵੀ ਕੋਈ ਕਿਸੇ ਪਾਸੇ ਲਗਾ ਦੇ ਗੱਲ ਤਾਂ ਕਿ ਅਸੀਂ ਤੈਨੂੰ ਕਿਤੋਂ ਹੋਰ ਕੰਪਨਸੇਟ ਕਰਨਾ। ਫਿਰ ਇਹਨਾਂ ਦੀ ਸਰਕਾਰ ਨੂੰ ਇੱਕ ਕ੍ਰੈਡਿਟ ਜਾਂਦਾ ਹੈ। ਪਹਿਲਾਂ ਬਾਰਡਰ ਏਰੀਆ ਦੇ ਵਿੱਚ ਇਹਨਾਂ ਨੇ ਜਦੋਂ ਜਿਹੜੇ ਬ੍ਰਿਜਸ ਦੇ ਨਾਲ ਤੇ ਚਾਹੇ ਹੋਰ ਸਾਰਾ ਕੁਝ ਉੱਥੋਂ ਬਾਰਡਰ ਏਰੀਆ ਚੋਂ ਆਰਮੀ ਨੇ ਕਿਹਾ ਕਿ ਬੰਦ ਕਰਵਾਈ, ਫਿਰ ਸਾਰੇ ਪੰਜਾਬ ਦੇ ਵਿੱਚ ਬੰਦ ਹੋ ਗਈ। ਤੇ ਫਿਰ ਜਿਹੜੀ ਇਨਵਾਇਰਨਮੈਂਟ, ਫਿਰ ਅਸੀਂ ਨਾ ਵੀ ਆਰ ਨਾਟ ਪਲੇਇੰਗ ਵਿਦ ਦੀ ਮਨੀ, ਵੀ ਆਰ ਪਲੇਇੰਗ ਹੈਵਿਕ ਵਿਦ ਦੀ ਪ੍ਰੋਸਪੈਰਿਟੀ। ਫਿਊਚਰ ਜਨਰੇਸ਼ਨ ਜਿਹੜੀ ਹੈਗੀਆਂ ਉਹਨਾਂ ਨੂੰ ਅਸੀਂ ਐਸਾ ਇਨਵਾਇਰਨਮੈਂਟ ਦੇ ਕੇ ਜਾ ਰਹੇ ਹਾਂ ਉਹਦੇ ਨਾਲ 50-50 ਫੁੱਟ ਇਹਨਾਂ ਦੇ ਥੱਲੇ ਤੱਕ ਜਿਹੜੀਆਂ ਉਹ ਮਸ਼ੀਨਾਂ ਲਾ ਕੇ ਉਹ ਜਿਹੜੀ ਕੱਢੀ ਹੈਗੀ। ਫਿਰ ਇੱਕ ਜਿਹੜੀ ਮੈਂ ਕਹਿਣੀ ਚਾਹੁੰਦਾ ਜਿਸ ਸਖਤ ਇਤਰਾਜ਼ ਹੈ ਕਿ ਉਹ ਜਿਹੜੇ ਟਰੱਕ ਬਾਹਰੋਂ ਆਉਣਗੇ ਤੇ ਜਿਹੜੀ ਪੈਨਲਟੀ ਹੈ 3.5 ਰੁਪਏ ਲਈ ਜਾਓ, ਉਹਦੇ ਉੱਪਰ ਜਿਹੜੀ 7 ਰੁਪਏ ਜਿਹੜੀ ਲੈਣੀ ਹੈ ਉਹਦੇ ਵਿੱਚ ਫਿਰ ਕਿੱਥੇ ਜਾ ਕੇ ਟਿਕਾਣੀ ਹੈ, ਇਹਦਾ ਫੈਸਲਾ ਬਾਅਦ ਦੇ ਵਿੱਚ ਜੀਵਨ ਵਿੱਚ ਹੋਊਗਾ। ਠੀਕ ਹੈ ਚੰਨੀ ਜੀ, ਤੁਹਾਡੀ ਆਵਾਜ਼ ਥੋੜੀ ਅੱਜ ਆਡੀਬਲ ਥੋੜੀ ਮੁਸ਼ਕਿਲ, ਹਾਲਾਂਕਿ ਮੈਨੂੰ ਲੱਗ ਰਿਹਾ ਕਿ ਜਿਹੜੇ ਦਰਸ਼ਕ ਨੇ ਉਹ ਇਸ ਨੂੰ ਸਮਝ ਪਾਏ ਹੋਣਗੇ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਇੱਕ ਵਾਰੀ ਰਿਐਕਸ਼ਨ ਜ਼ਰੂਰ ਲੈ ਲਈਏ। ਗਰੇਵਾਲ ਸਾਹਿਬ, ਦੇਖੋ ਤੁਹਾਨੂੰ ਵਿਰੋਧੀ ਘੇਰ ਰਹੇ ਨੇ ਸਾਰੇ, ਤੇ ਇਸ ਵਿਚਾਲੇ ਕਹਿ ਰਹੇ ਨੇ ਕਿ ਜਿਹੜੇ ਤੁਸੀਂ ਇਲਜ਼ਾਮ ਲਗਾਉਂਦੇ ਰਹੇ, ਕਾਂਗਰਸ ਖਾਸ ਤੌਰ ਤੇ ਕਹਿ ਰਹੀ ਹੈ ਕਿ ਜਿਹੜੇ ਤੁਸੀਂ ਇਲਜ਼ਾਮ ਲਗਾਉਂਦੇ ਰਹੇ ਉਹਨਾਂ ਦੀ ਸਰਕਾਰ ਦੇ ਉੱਤੇ ਮਾਈਨਿੰਗ ਮਾਫੀਆ ਨੂੰ ਲੈ ਕੇ, ਜੇ ਸੇਮ ਬੰਦਾ ਮੌਜੂਦਾ ਸਮੇਂ ਦੇ ਵਿੱਚ ਕੰਮ ਕਰ ਰਿਹਾ ਤਾਂ ਇਸ ਦਾ ਮਤਲਬ ਤੁਹਾਡੇ ਪਹਿਲਾਂ ਵਾਲੇ ਐਲੀਗੇਸ਼ਨਸ ਦੇ ਵਿੱਚ ਕੋਈ ਦਮ ਨਹੀਂ ਸੀ। गौरव जी, मैं शुरू करूंगा कि बीजेपी ਨੂੰ ਇਹ ਲੱਗਦਾ ਕਿ ਪਰਲੇ ਆ ਰਹੀ ਹੈ, ਦੁਨੀਆ ਖਤਮ ਹੋ ਗਈ। ਮੈਂ ਬੀਜੇਪੀ ਦੇ ਪ੍ਰਵਕਤਾ ਸੁਣ ਰਿਹਾ ਪਿਛਲੇ ਇੱਕ ਹਫ਼ਤੇ ਦੇ, ਉਹ ਤਾਂ ਇਹ ਕਹਿੰਦੇ ਆ ਜੀ ਕਿ ਦੁਨੀਆ ਤਬਾਹ ਹੋ ਗਈ, ਪੰਜਾਬ ਤਾਂ ਖਤਮ ਹੋ ਗਿਆ, ਇਹ ਤਾਂ ਬਚਣਾ ਹੀ ਨਹੀਂ। ਇਹ ਤਾਂ ਮਤਲਬ ਐ ਲਾ ਲਓ ਕਿ ਬਸ ਡਬਲ ਇੰਜਨ ਦੀ ਸਰਕਾਰ ਨਹੀਂ ਬਣੀ ਤਾਂ ਸਾਰਾ ਕੁਝ ਖਤਮ ਹੋ ਜਾਊਗਾ। ਇਹ ਤਾਂ ਬੀਜੇਪੀ ਦੀ ਗੱਲ ਹੈ। ਜਿਹੜੀ ਮੈਂ ਇੱਕ ਮਿੰਟ ਮੈਂ ਜਿਹੜੀ ਗੱਲ ਕਰ ਰਿਹਾ ਕਿ ਜਿਹੜੀ ਇਹ ਬੜੇ ਆਰਾਮ ਨਾਲ ਗੱਲ ਕਹਿ ਦਿੰਦੇ ਆ, ਗੈਂਗਸਟਰਸ ਇਨਵੋਲਵ ਕਰਤੇ, ਤੁਸੀਂ ਫਲਾਣਾ ਕਰਤਾ। 27,000 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦੀ ਜੇਬ 'ਚ ਕਿਵੇਂ ਪਏਗਾ ਸਰ, ਜਦੋਂ 360 ਕਰੋੜ ਰੁਪਇਆ 10 ਸਾਲਾਂ 'ਚ 3 ਟੋਲਾਂ ਤੋਂ ਪੰਜਾਬ ਦੇ ਲੋਕਾਂ ਤੋਂ ਲਿਟਰਲੀ ਖੋਇਆ ਗਿਆ। ਜਦੋਂ ਟੋਲ ਬੰਦ ਹੋਏ 360 ਕਰੋੜ ਆ ਗਿਆ। ਜਦੋਂ ਬਿਜਲੀ ਦੇ ਬਿੱਲ ਫ੍ਰੀ ਹੋਏ ਹੋਰ ਪੈਸੇ ਆ ਗਏ। ਪੰਜਾਬ ਦੇ ਲੋਕਾਂ ਦੀ ਜੇਬ 'ਚ ਹੀ ਪੈਸੇ ਪੈ ਰਹੇ ਆ, ਪੰਜਾਬ ਦੇ ਲੋਕਾਂ ਦੀ ਧਰੋਹਰ ਹੈ, ਉਹਨਾਂ ਨੂੰ ਦੇ ਰਹੇ ਆ। ਪਹਿਲੀ ਗੱਲ। ਦੂਜੀ ਗੱਲ, ਕਾਂਗਰਸ ਨੂੰ ਬੜੇ ਇਤਰਾਜ਼ ਨੇ, ਸਿਵਲ ਤੇ ਕ੍ਰਿਮੀਨਲ ਕੇਸ ਅੱਡ ਹੁੰਦੇ ਆ। ਮਾਈਨਿੰਗ ਪਾਲਿਸੀ ਜਿਹੜੇ ਇਹ ਕੰਡੇ ਬੀਜ ਕੇ ਗਏ ਨੇ, ਜਿਹੜਾ ਇਹਨਾਂ ਦਾ ਤੰਤਰ ਸੀ ਉਹ 31 ਮਾਰਚ 2023 ਨੂੰ ਖਤਮ ਹੋਣਾ। ਉਦੋਂ ਪਹਿਲਾਂ ਮੈਂ ਗੌਰਵ ਜੀ ਇੱਕ ਗੱਲ ਕਹਿਣਾ, ਇਹ ਕਹਿੰਦੇ ਐਕਸਪੋਜ਼ ਹੋ ਗਏ, ਸਭ ਕੁਝ ਹੋ ਗਏ, ਜਿਹੜੇ ਵੀ ਕੰਟਰੈਕਟ ਹੋਏ ਸਭ ਕੁਝ ਹੋਇਆ। ਮਾਣਯੋਗ ਹਾਈ ਕੋਰਟ, ਪਿਛਲੀ ਕਾਂਗਰਸ ਸਰਕਾਰ ਜਦੋਂ ਕੈਪਟਨ ਸਾਹਿਬ ਤੋਂ ਪਲਟਫੇਰ ਹੋਇਆ ਉਸ ਤੋਂ ਬਾਅਦ ਮਾਣਯੋਗ ਹਾਈ ਕੋਰਟ ਉਸ ਵੇਲੇ ਦਾ ਇਹਨੂੰ ਮੋਨੀਟਰ ਕਰ ਰਿਹਾ। ਇੱਕ ਇੱਕ ਕਦਮ ਮਾਣਯੋਗ ਹਾਈ ਕੋਰਟ ਦੀ ਮਨਜ਼ੂਰੀ ਨਾ ਹੋ ਰਿਹਾ, ਉਹਨਾਂ ਦੀ ਮਨਜ਼ੂਰੀ ਨਾ ਹੋ ਰਿਹਾ। ਤੁਸੀਂ ਅੱਜ ਹਾਈ ਕੋਰਟ ਨੂੰ ਕੁਐਸਚਨ ਕਰਦੇ ਹੋ,
ਪਹਿਲੀ ਗੱਲ। ਦੂਜੀ ਗੱਲ, ਕਾਂਗਰਸ ਦੇ ਵਿੱਚ ਸਭ ਕੁਝ ਸਹੀ ਸੀ, ਕੁਝ ਨਹੀਂ ਰੋਕਿਆ। ਉਹ ਜਿਹੜੇ ਦੇਖੋ ਜੀ, ਮੈਂ ਕਹਿਣਾ ਨਹੀਂ ਚਾਹੁੰਦਾ, ਮਜੀਠੀਆ ਜੀ ਕਹਿੰਦੇ ਛੱਲਾ ਹਨੀ ਮਨੀ ਸਨੀ ਜੋ ਵੀ ਜਿਹੜੇ ਪੈਸੇ ਲੱਭੇ ਕਿੱਥੋਂ ਲੱਗੇ। ਗੱਲ ਹੋਰ ਹੈ ਕਿ ਮਜੀਠੀਆ ਜੀ ਦੇ ਜਿਹੜੇ 4 ਛੱਲੇ ਸੀਗੇ, ਜਿਹੜੇ ਡਰੱਗ ਟ੍ਰੇਡ ਚ ਇਨਵੋਲਵ ਸੀ, ਜਿਹੜੇ ਇਹਨਾਂ ਦੀ ਲਾਲ ਬੱਤੀਆਂ ਦੀ ਗੱਡੀਆਂ ਸਾਰੇ ਪਾਸੇ ਡੀਲਸ ਕਰਦੇ ਫਿਰਦੇ ਸੀਗੇ, ਉਹ ਬੈਠੇ ਇਹਨਾਂ ਨੂੰ ਮੈਂ ਤੁਹਾਡੇ ਕੋਲ ਆ ਰਿਹਾ, ਤੁਸੀਂ ਜਵਾਬ ਦਿਓ ਥੋੜੇ ਜਵਾਬ ਇਹਨਾਂ ਨੇ। ਹਾਂ ਪਲੀਜ਼ ਥੋੜੇ ਗਰੇਵਾਲ ਸਾਹਿਬ ਫੇਰ ਕਹੋਗੇ ਮੈਂ ਇੰਟਰਪਟ ਕਰਦਾ ਨਹੀਂ, ਇੱਕ ਕਰਕੇ ਬੋਲੋ, ਸਮਝ ਨਹੀਂ ਆਏਗਾ ਲੋਕਾਂ ਨੂੰ। ਮੈਂ ਤੁਹਾਡੇ ਕੋਲ ਆ ਰਿਹਾ ਕਲੇਰ ਸਾਹਿਬ, ਮਜੀਠੀਆ ਦੇ ਨਾਂ ਤੇ ਅਕਾਲੀ ਦਲ ਭਟਕ ਜਾਂਦਾ, ਆਮ ਤੌਰ ਤੇ ਭਟਕ ਜਾਂਦਾ। ਮਜੀਠੀਆ ਦੇ ਨਾਂ ਤੇ ਅਕਾਲੀ ਭਟਕ ਜਾਂਦੇ ਆ, ਨਵੀਂ ਗੱਲ ਨਹੀਂ। ਹਰਪ੍ਰੀਤ ਜੀ ਤੁਹਾਡੇ ਕੋਲ ਵੀ ਆ ਰਹੇ, ਮੈਨੂੰ ਗੱਲ ਕਰਨ ਦਿਓ। ਮੈਂ ਕਹਿੰਦਾ ਉਹ ਨਰਿੰਜਨ ਸਿੰਘ ਦੀ ਮੈਂ ਗਰੇਵਾਲ ਸਾਹਿਬ ਰਿਕੁਐਸਟ ਕਰ ਰਹੇ ਹਾਂ, ਆਪਾਂ ਟੌਪਿਕ ਦੇ ਉੱਤੇ ਰਹੀਏ। ਨਸ਼ੇ ਦੇ ਉੱਪਰ ਆਪਾਂ ਬਹੁਤ ਵਾਰੀ ਗੱਲਬਾਤ ਕਰ ਚੁੱਕੇ ਹਾਂ। ਟੌਪਿਕ ਦਾ ਇਹ ਹੈ ਕਿ ਬਾਜਵਾ ਜੀ ਦੇ ਵੀਰ ਜੀ ਬੈਠੇ ਨੇ ਬੀਜੇਪੀ ਚ, ਉੱਥੋਂ ਆਇਆ ਕਿਉਂਕਿ ਵੀਰ ਜੀ ਥੋੜੀ ਜੀ ਗੱਲ ਤਾਂ ਕਰੋ। ਬਾਜਵਾ ਜੀ ਨੇ ਗੱਲ ਕੀਤੀ, ਮੈਂ ਰਾਕੇਸ਼ ਚੌਧਰੀ, ਮੈਂ ਇੱਕ ਸੈਕਿੰਡ, ਗਰੇਵਾਲ ਸਾਹਿਬ ਛੋਟਾ ਜਿਹਾ ਸਵਾਲ ਹੈ, ਮੈਂ ਉਸ ਤੋਂ ਬਾਅਦ ਕਲੇਰ ਸਾਹਿਬ ਦਾ ਰੁਕ ਕਰਨਾ। ਤੁਸੀਂ ਦੱਸੋ, ਜੋ ਐਲੀਗੇਸ਼ਨ ਅਕਾਲੀ ਦਲ ਲਗਾ ਰਿਹਾ ਹੈ ਕਿ ਵਾਕਈ ਹੀ ਰਾਕੇਸ਼ ਚੌਧਰੀ ਦੇ ਉੱਪਰ ਇਲਜ਼ਾਮ ਸੀ, ਤਾਂ ਬਾਵਜੂਦ ਇਸ ਦੇ ਉਸ ਨੂੰ ਕੰਮ ਕਰਨ ਦਿੱਤਾ ਗਿਆ। ਗੌਰਵ ਜੀ, ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੇ ਆਪਾਂ ਸਾਰੇ ਯਕੀਨ ਕਰਦੇ ਹਾਂ ਕਿ ਨਹੀਂ ਕਰਦੇ? ਜੇ ਆਪਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੇ ਯਕੀਨ ਕਰਦੇ ਹਾਂ ਤਾਂ ਉਹਨਾਂ ਨੇ ਆਪਣੀ ਵਿਜ਼ਡਮ ਦੇ ਵਿੱਚ ਜੋ ਕੁਝ ਅਲਾਉ ਕੀਤਾ, ਇਹ ਸਾਰਾ ਕੁਝ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੀ ਮਰਜ਼ੀ ਨਾਲ ਹੋ ਰਿਹਾ ਹੈ, ਉਹਨਾਂ ਦੇ ਕਹੇ ਤੇ ਹੋ ਰਿਹਾ, ਉਹਨਾਂ ਦੇ ਡਾਇਰੈਕਸ਼ਨਸ ਤੇ ਹੋ ਰਿਹਾ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਮਾਈਨਿੰਗ ਦਾ ਇਸ ਸਮੇਂ ਪੰਜਾਬ 'ਚ ਜੋ ਵੀ ਹੈ ਉਹ ਹਾਈ ਕੋਰਟ, ਮਾਨਯੋਗ ਹਾਈ ਕੋਰਟ ਉਸ ਨੂੰ ਆਬਜ਼ਰਵ ਕਰ ਰਹੇ ਨੇ, ਉਹਨਾਂ ਦੀ ਦੇਖ ਰੇਖ 'ਚ ਹੋ ਰਿਹਾ। ਭਲਾ ਹੋਵੇ ਉਹਨਾਂ ਦਾ, ਜਿਨ੍ਹਾਂ ਨੇ ਇਹ ਦੇਖਿਆ ਕਿ ਇਹਨਾਂ ਨੇ ਤਾਂ ਰੇਤਾ ਜਿਹੜਾ 5 ਦਰਿਆਵਾਂ। ਠੀਕ ਹੈ, ਚਲੋ ਆਪਾਂ ਹੁਣ ਜਵਾਬ ਲੈ ਲਈਏ, ਆਪਾਂ ਇੱਕ ਕਰਕੇ ਜਵਾਬ ਲੈ ਲਈਏ। ਕਲੇਰ ਸਾਹਿਬ ਦੇਖੋ, ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ। ਤੁਸੀਂ 15/2 ਦੇ ਯਾਨੀ 15 ਫਰਵਰੀ 2 ਦਿਨ ਪਹਿਲਾਂ ਦੇ ਆਰਡਰ ਦਾ ਜ਼ਿਕਰ ਅਦਾਲਤ ਵਾਲੇ ਦਾ ਕਰ ਰਹੇ ਹੋ, ਪਰ ਜਿਹੜੀ ਲੈਟਰ ਨਿਕਲੀ ਉਹ 27/1 ਨੂੰ ਨਿਕਲੀ। ਉਸ ਸਮੇਂ ਤੱਕ ਕੋਈ ਬੇਲ ਨੂੰ ਲੈ ਕੇ ਜਿਹੜੇ ਤੁਹਾਡੇ ਆਰਡਰ ਆ ਉਹ 15/2 ਦੇ ਆ, ਦੋਵਾਂ ਨੂੰ ਆਪਸ ਕਿਵੇਂ ਤੁਸੀਂ ਮਿਲਾ ਰਹੇ? ਮੈਂ ਪਹਿਲਾਂ ਤਾਂ ਗੌਰਵ ਜੀ, ਤੁਸੀਂ ਕਹਿ ਰਹੇ ਹੋ 25 ਤਰੀਕ ਨੂੰ ਪਰਚਾ ਹੋਇਆ, 27 ਤਰੀਕ ਨੂੰ ਲੈਟਰ ਉੱਥੇ ਪਹੁੰਚ ਗਿਆ। ਨਹੀਂ 25/1/2022 ਨੂੰ ਜਦੋਂ ਪੰਜਾਬ 'ਚ ਇਲੈਕਸ਼ਨ ਸੀ, ਇਹ ਉਹ ਬੜਾ ਪਰਚਾ ਤੁਹਾਨੂੰ ਯਾਦ ਹੋਵੇ ਜਦੋਂ ਚੰਨੀ ਸਾਹਿਬ ਦੀਆਂ ਮਾਈਨਿੰਗਾਂ ਜਿੱਥੇ ਕਾਂਗਰਸ ਭੜਕ ਰਹੀ ਹੈ, ਉੱਥੇ ਜਿਹੜਾ ਸਟਿੰਗ ਆਪਰੇਸ਼ਨ ਹੋਇਆ ਸੀ, ਜਿੱਥੇ ਇਕਬਾਲ ਸਰਪੰਚ ਚੰਨੀ ਸਾਹਿਬ ਦਾ ਸਰਪੰਚ ਫੜਿਆ ਗਿਆ ਸੀ, ਇਹ ਉਹ ਬੜਾ ਪਰਚਾ ਹੈ। ਉਸ ਪਰਚੇ ਦੇ ਵਿੱਚ ਇਹ ਰਾਕੇਸ਼ ਚੌਧਰੀ ਨੋਮੀਨੇਟ ਹੋਇਆ। ਹੁਣ ਮੇਰਾ ਤਾਂ ਸਿੱਧਾ ਸਵਾਲ ਹੈ, ਕਹਿੰਦੇ ਜੀ ਹਾਈ ਕੋਰਟ ਨੂੰ ਅਸੀਂ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹਾਂ, ਤਾਂ ਮਾਨਯੋਗ ਹਾਈ ਕੋਰਟ ਨੇ ਤਾਂ ਉਹਦੀ ਬੇਲ ਦੇਣ ਤੋਂ ਮਨਾ ਕੀਤਾ ਹੋਇਆ, ਆਰਡਰ ਹੈ 15/2/2023 ਦਾ, ਫਿਰ ਤੁਸੀਂ ਕਿਹੜੀ ਰਿਸਪੈਕਟ ਕਰਦੇ ਹੋ? ਤੁਸੀਂ ਬੰਦੇ ਨੂੰ ਫੜਨਾ ਤਾਂ ਕੀ ਸੀ, ਤੁਸੀਂ ਤਾਂ ਉਹਦੇ ਕੰਟਰੈਕਟ ਰਿਨਿਊ ਕਰਦੇ ਫਿਰਦੇ ਹੋ। ਤੁਹਾਨੂੰ ਲੱਗਦਾ ਰਾਕੇਸ਼ ਚੌਧਰੀ ਅਰੈਸਟ ਹੋਣਾ ਚਾਹੀਦੇ ਨੇ? ਜਦੋਂ ਬੰਦੇ ਕੋਲ ਐਂਟੀਸਪੇਟਰੀ ਬੇਲ ਹੀ ਨਹੀਂ, ਇਹਨਾਂ ਦੀ ਸਰਕਾਰ ਕਹਿੰਦੀ ਹੈ ਕਿ ਉਹ ਚੋਰ ਹੈ, ਇਹਨਾਂ ਦੀ ਸਰਕਾਰ ਨੇ ਉਹ ਤੇ 5 ਪਰਚੇ ਦਿੱਤੇ ਨੇ। ਇਹਨਾਂ ਦਾ ਰਾਘਵ ਚੱਡਾ ਜਿਹੜਾ ਰਾਜ ਸਭਾ ਦਾ ਮੈਂਬਰ ਹੈ, ਉਸ ਖੱਡਾਂ ਤੇ ਜਾ ਕੇ ਕਾਂਗਰਸ ਦੀ ਸਰਕਾਰ 'ਚ ਲਾਈਵ ਹੁੰਦਾ ਸੀ ਕਿ ਉਹਦੇ ਕਪਲਾ ਹੋ ਰਿਹਾ ਹੈ। ਉਹ ਬੰਦੇ ਨੂੰ ਅੱਜ ਕਿਹੜੇ ਗੁਪਤ ਸਮਝੌਤੇ ਤਹਿਤ, ਦੇਖੋ ਮੈਂ 2 ਗੱਲਾਂ ਸਪਸ਼ਟ ਪੁੱਛਦਾ, ਅਗਰ ਤਾਂ ਇਹ ਕਹਿੰਦੇ, ਅਗਰ ਤਾਂ ਅੱਜ ਹਾਈ ਕੋਰਟ 'ਚ ਕਹਿੰਦੇ ਨੇ ਕਿ ਜੀ ਇਹ ਮਾਈਨਿੰਗ ਕਰ ਸਕਦਾ ਹੈ, ਫਿਰ ਟਰਮੀਨੇਟ ਕਿਉਂ ਕੀਤਾ? ਫਿਰ ਹੁਣ ਹਾਈ ਕੋਰਟ 'ਚ ਜਾ ਕੇ ਮੈਂ ਦੁਬਾਰਾ ਉਹੀ ਪੁੱਛ ਰਿਹਾ ਕਿ 15/2 ਨੂੰ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਬੇਲ ਰਿਜੈਕਟ ਹੋਈ ਹੈ, ਜਾਂ 15/2 ਨੂੰ ਆਰਡਰ ਕੀਤੇ ਨੇ? 15/2 ਨੂੰ ਉਹ ਐਂਟੀਸਪੇਟਰੀ ਬੇਲ ਲੈਣ ਹਾਈ ਕੋਰਟ ਗਿਆ, ਕੋਰਟ ਨੇ ਕਿਹਾ ਕਿ ਬੇਲ ਨਹੀਂ ਦੇਣੀ, ਸਿੰਪਲ ਡੇਟ ਪਾਤੀ ਉਹਨੂੰ, ਐਂਟੀਸਪੇਟਰੀ ਬੇਲ ਦੇ ਵਿੱਚ ਅਰੈਸਟ ਸਟੇ ਨਹੀਂ ਹੈਗਾ। ਤਾਂ ਪਹਿਲਾਂ ਤਾਂ ਗਰੇਵਾਲ ਸਾਹਿਬ ਵੱਡੇ ਇਮਾਨਦਾਰ ਸਰਕਾਰ ਦੇ ਨੁਮਾਇੰਦੇ ਨੇ, ਇਹ ਦੱਸ ਦੇਣ ਕਿ ਜਿਹੜੇ ਬੰਦੇ ਨੂੰ ਹਾਈ ਕੋਰਟ ਨੇ ਐਂਟੀਸਪੇਟਰੀ ਬੇਲ ਹੀ ਨਹੀਂ ਦਿੱਤੀ, ਡਿਸਟ੍ਰਿਕਟ ਕੋਰਟ ਡਿਸਮਿਸ ਕਰ ਚੁੱਕਿਆ ਹੈ, ਉਹ ਤੋਂ ਮਾਈਨਿੰਗ ਕਰਾ ਰਹੇ ਨੇ, ਉਹਦੇ ਨਾਲ ਬਹਿੰਦੇ ਨੇ, ਤਾਂ ਇਹ ਉਹਨੂੰ ਫੜਨਗੇ ਕਦੋਂ? ਨੰਬਰ 1। ਨੰਬਰ 2, ਦੇਖੋ ਕਾਂਗਰਸ ਹਾਲਤ ਪਤਲੀ ਦੀਆਂ ਗੱਲਾਂ ਕਰਦੀ ਹੈ। ਮੈਂ ਤਾਂ ਕਾਂਗਰਸ ਨੂੰ ਕਹਿਣਾ ਕਿ ਨਾ ਤਾਂ ਚਾਂਡਕ ਸਾਹਿਬ ਨੇ, ਹੁਣ ਚਾਂਡਕ ਸਾਹਿਬ ਕੌਣ ਨੇ? ਰਾਹੁਲ ਗਾਂਧੀ, ਸੋਨੀਆ ਗਾਂਧੀ, ਸੁਖੀ ਰੰਧਾਵਾ। ਸੋ ਹਾਲਤ ਤਾਂ ਅੱਜ ਬੁਲਾਰਿਆਂ ਦੀ ਵੀ ਪਤਲੀ ਹੈ, ਕਿਉਂਕਿ ਪਤਾ ਹੈ ਕਿ ਸੋਨੀਆ ਗਾਂਧੀ ਦਾ ਜਿਹੜਾ ਬੰਦਾ ਹੈ ਉਹਦੇ ਖਿਲਾਫ ਕਿਵੇਂ ਬੋਲ ਲਈਏ। ਚਾਂਡਕ ਸਾਹਿਬ ਅੱਜ ਮਾਈਨਿੰਗ ਹੈ। ਸੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ, ਮੈਨੂੰ ਸਿਰਫ ਆ 3 ਆਰਡਰ ਦੱਸ ਦੇਣ ਜੀ ਗਰੇਵਾਲ ਸਾਹਿਬ, ਇਹ ਦੇਖੋ ਗੱਲਾਂ ਮਾਰੀ ਜਾਂਦੇ ਨੇ। ਠੀਕ ਹੈ, ਚਲੋ ਥੋੜਾ ਰੱਖੋ, ਸਮਾਂ ਬਹੁਤ ਨਿਕਲ ਗਿਆ ਅੱਜ। ਦੇਖੋ ਗੌਰਵ ਜੀ, ਇਹ 3 ਆਰਡਰ ਨੇ ਹਾਈ ਕੋਰਟ ਦੇ, 3 ਆਰਡਰਾਂ ਦੇ ਵਿੱਚ ਸਰਕਾਰ ਨੇ ਜਾ ਕੇ, ਦੇਖੋ ਸਮਝੌਤਾ ਕਿਹਨੂੰ ਕਹਿੰਦੇ ਆ, ਬੰਦਾ ਹਾਈ ਕੋਰਟ ਗਿਆ ਕਿ ਸਰਕਾਰ ਧੱਕਾ ਕਰ ਰਹੀ ਹੈ, ਸਰਕਾਰ ਮਗਰ ਪਹੁੰਚ ਗਈ, ਸਰਕਾਰ ਕਹਿੰਦੀ ਨਹੀਂ ਜੀ ਅਸੀਂ ਧੱਕਾ ਨਹੀਂ ਕਰਨਾ, ਅਸੀਂ ਆਪਣੇ ਆਰਡਰ ਵਿਡਰਾਅ ਕਰਦੇ ਹਾਂ, ਮਾਈਨਿੰਗ ਕਰ ਲਈ। ਠੀਕ ਹੈ, ਚਲੋ ਇਹ ਜਿਹੜਾ ਨੈਕਸਸ ਹੈ ਇਹਨਾਂ ਦਾ, ਮੈਂ ਵਾਰ-ਵਾਰ ਇਹੀ ਕਹਿ ਰਿਹਾ ਕਿ ਰਾਕੇਸ਼ ਚੌਧਰੀ ਮਾਈਨਿੰਗ ਨਹੀਂ ਕਰ ਸਕਦੇ, ਉਹਨਾਂ ਦੀ ਫਰਮ ਮਾਈਨਿੰਗ ਨਹੀਂ ਕਰ ਸਕਦੀ, ਇਹ ਕੋਰਟ ਦੇ ਕਿਤੇ ਆਰਡਰ ਨਹੀਂ ਹੈਗੇ। ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕਹਿ ਰਿਹਾ ਜੀ ਕਿ ਜਿਹੜੀ ਸਰਕਾਰ ਨੇ ਉਹਤੇ 4 ਪਰਚੇ ਦੇ ਕੇ ਉਹਦਾ ਕੰਟਰੈਕਟ ਟਰਮੀਨੇਟ ਹੈਗਾ, ਨਹੀਂ ਉਹ ਪੁਆਇੰਟ ਤੁਹਾਡਾ ਹੈਗਾ। ਮੈਂ ਕਹਿ ਰਿਹਾ ਕਿ ਜਦੋਂ ਟਰਮੀਨੇਟ ਕਰਤਾ ਤਾਂ ਹਾਈ ਕੋਰਟ ਸਮਝੌਤੇ ਤਹਿਤ ਆਪ ਹੀ ਸਟੇਟਮੈਂਟ ਦੇ ਕੇ ਬਹਾਲ ਕਰਿਆ ਹੈ। ਹਾਈ
ਕੋਰਟ ਨੂੰ ਕੁਝ ਆਬਜ਼ਰਵੇਸ਼ਨ ਦੇਣ ਦੀ ਠੀਕ ਹੈ, ਲੋੜ ਕਮਰ ਨਹੀਂ ਜੀ, ਕਮਰ, ਠੀਕ ਹੈ। ਇਹਨਾਂ ਨੇ ਟਰਮੀਨੇਟ ਬਹੁਤ ਸਮਾਂ ਤੁਸੀਂ ਲਿਆ। ਆਪ ਹੀ ਜਾ ਕੇ ਕੰਪਰੋਮਾਈਜ਼ ਥੋੜਾ ਸਮਾਂ ਦਿਓ, ਮੈਂ ਇੱਕ ਵਾਰ ਹਾਈ ਕੋਰਟ ਦਾ ਮੈਰਿਟ ਆਰਡਰ ਹੀ ਨਹੀਂ ਆਇਆ। ਕਮਰ ਜੀ ਦੇਖੋ ਬੜੀ ਹੈਰਾਨੀ ਹੁੰਦੀ ਹੈ ਦੇਖ ਕੇ ਕਿ ਇੱਕ ਲੁੱਟੀ ਪਿੱਟੀ ਪਾਰਟੀ ਦਾ ਪ੍ਰਵਕਤਾ ਇੱਕ ਸੰਗੀਤ ਮੇਰੀ ਗੱਲ ਸੁਣੋ, ਸੁਣ ਲਓ ਹੁਣ ਬਹੁਤ ਸੁਣ ਲਿਆ ਤੁਹਾਡੀਆਂ ਉਹ ਯਾਰ ਬਹੁਤ ਸੁਣ ਲਿਆ ਬਹੁਤ ਸੁਣ ਲਿਆ ਯਾਰ ਤੁਹਾਡੀਆਂ ਯਾਰ ਬੰਦੇ ਜਿਹੜੇ 84 ਚ ਸਾਡਾ ਪੰਜਾਬ ਪਾ ਗਏ ਹੁਣ 84 ਕਮਰ ਜੀ ਪਲੀਜ਼ ਕਲੇਰ ਸਾਹਿਬ ਨਹੀਂ ਆਏਗਾ ਲੋਕਾਂ ਨੂੰ ਸ਼ਰਮ ਪੰਜਾਬ ਮੈਂ ਰਿਕੁਐਸਟ ਦੇਖ ਰਿਹਾ ਯਾਰ ਪਲੀਜ਼ ਚਰਚਾ ਨਹੀਂ ਹੋ ਪਾਉਂਦੀ ਨਾ ਨਹੀਂ ਕਲੇਰ ਸਾਹਿਬ ਯਾਰ ਥੋੜੀ ਵੇਟ ਕਰੋ ਕਮਰ ਜੀ ਗੱਲ ਕੰਪਲੀਟ ਕਰ ਲਓ ਮੇਰੀ ਗੱਲ ਸੁਣੋ ਗੌਰਵ ਜੀ ਮੈਂ ਇਹਨਾਂ ਦੇ ਗੱਲ ਦੇ ਵਿੱਚ ਬੋਲਿਆ ਨਹੀਂ ਸੀਗਾ ਹੁਣ ਕਲੇਰ ਜੀ ਥੋੜਾ ਵੇਟ ਕਰੋ ਕਲੇਰ ਜੀ ਮੈਂ ਬਿਲਕੁਲ ਕਹਿ ਰਿਹਾ ਕਿ ਮਰਿਆਦਾ ਆਪਾਂ ਸਾਰੇ ਰੱਖੀਏ ਠੀਕ ਹੈ ਕਮਰ ਜੀ ਨਹੀਂ ਕਮਰ ਜੀ ਸਿੱਖਣੀ ਹੈ ਨਹੀਂ ਇਸ ਤਰ੍ਹਾਂ ਗੱਲ ਹੀ ਹੋ ਸਕਦੀ ਹੈ ਸਟੂਡੀਓ 'ਚ ਮੌਜੂਦ ਹੈ ਜਿਸ ਦਾ ਮੈਂ ਵੋਲਿਊਮ ਵੀ ਬੰਦ ਨਹੀਂ ਕਰ ਸਕਦਾ ਦਰਸ਼ਕ ਸੋਚ ਰਹੇ ਹੋਣੇ ਕਿ ਵੋਲਿਊਮ ਬੰਦ ਕਰ ਦਿਓ ਸਟੂਡੀਓ 'ਚ ਮੌਜੂਦ ਹੈ ਇਸ ਕਰਕੇ ਮੈਂ ਵੋਲਿਊਮ ਵੀ ਬੰਦ ਨਹੀਂ ਕਰ ਸਕਦਾ ਮੈਂ ਰਿਕੁਐਸਟ ਕਰ ਰਿਹਾ ਕਲੇਰ ਜੀ ਕਮਰ ਜੀ ਚਲੋ ਦੋਵੇਂ ਥੋੜੇ ਵੇਟ ਕਰੋ ਹਾਂ ਠੀਕ ਹੈ ਕਲੇਰ ਸਾਹਿਬ ਥੋੜੀ ਵੇਟ ਕਰੋ ਮਰਿਆਦਾ ਥੋੜੀ ਜ਼ਰੂਰ ਰੱਖੋ ਕਮਰ ਜੀ ਤਾਂ ਕਿ ਆਪਾਂ ਚਰਚਾ ਕਰ ਸਕੀਏ ਜਦੋਂ ਵਿਵਾਦ ਹੋ ਜਾਂਦਾ ਫਿਰ ਫਾਇਦਾ ਕੁਝ ਨਹੀਂ ਆਪਾਂ ਬਹਿਸ ਕਰਕੇ ਇੱਥੇ ਚਰਚਾ ਨੂੰ ਖਤਮ ਕਰ ਦਵਾਂਗੇ ਕੋਈ ਗੱਲ ਨਹੀਂ ਦੁਨੀਆ ਜਾਣਦੀ ਹੈ ਮੈਂ ਜੋ ਕਹਿ ਰਿਹਾ ਸਾਰੇ ਪੰਜਾਬ ਨੂੰ ਪਤਾ ਹੈ ਮੇਰੇ ਕਹਿਣ ਦਾ ਜਾਂ ਨਾ ਪੁਆਇੰਟ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਕਮਰ ਜੀ ਮੈਂ ਇਹਨਾਂ ਦੇ ਮੁਕਰਨ ਨਾਲ ਫਰਕ ਪੈਂਦਾ ਨਹੀਂ ਠੀਕ ਹੈ ਪੰਜਾਬ ਜਾਣਦਾ ਇਹ ਪੰਜਾਬ ਦਾ ਦੇਸ਼ ਤੇ ਵਿਦੇਸ਼ਾਂ ਵਿੱਚ ਬੈਠੇ ਲੋਕ ਉਹ ਦੱਸਣ ਲੱਗਿਆ ਤੁਸੀਂ ਵੀ ਕਰਵਾ ਪਾ ਲੈਂਦੇ ਹੋ ਕਿਉਂਕਿ ਤੁਸੀਂ ਸਹੀ ਕਰਕੇ ਕੋਰਟ ਨੇ ਤੈਅ ਕਰ ਰਿਹਾ ਸਰ ਮੈਂ ਉਹੀ ਕਹਿ ਰਿਹਾ ਕਿ ਚਰਚਾ ਆਪਣੀ ਇੱਥੇ ਇਸ ਤਰੀਕੇ ਨਾਲ ਹੀ ਹੋਏਗੀ ਥੋੜਾ ਪਲੀਜ਼ ਚਲੋ ਥੋੜਾ ਵੇਟ ਕਰ ਲਓ ਦੋਵੇਂ ਨੇ ਰੋਕ ਰਹੇ ਹਨ ਪਲੀਜ਼ ਮੈਂ ਤੇਰੀ ਦਾ ਰੁਕ ਕਰਦਾ ਇੱਥੇ ਦਾ ਸਵਾਗਤ ਹੈ ਰੇਤੇ ਦੇ ਉੱਤੇ ਖੂਬ ਗਰਮਾ ਗਰਮੀ ਇਸ ਸਮੇਂ ਹੋ ਰਹੀ ਹੈ ਔਰ ਇਸ ਸੈਗਮੈਂਟ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਸਾਰਿਆਂ ਤੋਂ ਇੱਕ ਜਵਾਬ ਜ਼ਰੂਰ ਲੈ ਸਕਾਂ ਮੈਂ ਕੰਵਰ ਜੀ ਤੁਹਾਡੇ ਤੋਂ ਸ਼ੁਰੂਆਤ ਕਰ ਰਿਹਾ ਪਲੀਜ਼ ਰਿਕੁਐਸਟ ਹੈ ਕਿ ਥੋੜਾ ਜਿਹਾ ਸ਼ਬਦਾਂ ਦੀ ਮਰਿਆਦਾ ਜ਼ਰੂਰ ਰੱਖਿਓ ਔਰ ਕਮੈਂਟ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਗੱਲ ਕੰਵਰ ਦੇਖੋ ਗੌਰਵ ਜੀ ਗੱਲ ਇਹ ਹੈ ਮੇਰੇ ਕਹਿਣ ਜਾਂ ਨਾ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਦੇਸ਼ ਤੇ ਵਿਦੇਸ਼ਾਂ ਵਿੱਚ ਬੈਠੇ ਸਾਰੇ ਪੰਜਾਬੀ ਜਾਣਦੇ ਨੇ ਠੀਕ ਹੈ ਤੁਸੀਂ ਪਲੀਜ਼ ਪੁਆਇੰਟ ਤੇ ਅੱਜ ਤੱਕ ਆਪਣੀ ਮੈਂ ਉਸੇ ਪੁਆਇੰਟ ਤੇ ਆ ਰਿਹਾ ਦੇਖੋ ਇੱਕ ਸੰਗੀਨ ਇਲਜ਼ਾਮਾਂ ਦੇ ਤਹਿਤ ਜਿਹੜਾ ਇਨਸਾਨ ਇੱਕ ਕੇਸ ਫੇਸ ਕਰ ਰਿਹਾ ਹੋਵੇ ਉਸ ਦਾ ਰੈਫਰੈਂਸ ਦੇ ਕੇ ਜਿਹੜੀਆਂ ਗੱਲਾਂ ਇੱਥੇ ਕੀਤੀਆਂ ਜਾ ਰਹੀਆਂ ਮੈਂ ਖਾਸ ਗੱਲ ਕਰੂੰਗਾ ਜਿੱਥੇ ਕਾਂਗਰਸ ਪਾਰਟੀ ਨੂੰ ਟਾਰਗੇਟ ਕਰਕੇ ਇਹ ਕੰਮ ਜੋ ਗੱਲਾਂ ਕੀਤੀਆਂ ਜਾ ਰਹੀਆਂ ਇਹਨਾਂ ਦੀ ਤਾਂ ਹਰਮਸਿਆ ਬਦਨਾਮੀ ਹੈ ਸਾਰੀ ਦੁਨੀਆ ਜਾਣਦੀ ਹੈ ਤੇ ਇਹਨਾਂ ਦੇ ਕਹੇ ਦਾ ਜਿਹੜਾ ਹੈਗਾ ਉਹ ਤਾਂ ਮੈਂ ਇਹ ਸਮਝਦਾ ਬਿਲਕੁਲ ਦੇਖੋ ਮੈਂ ਦੱਸ ਰਿਹਾ ਮਾਮਲੇ ਦੇ ਵਿੱਚ ਰਾਕੇਸ਼ ਚੌਧਰੀ ਦੇ ਇਲਜ਼ਾਮਾਂ ਤੇ ਕਲੀਨ ਚਿਟ ਦੇ ਰਹੇ ਹੋ ਰਾਕੇਸ਼ ਚੌਧਰੀ ਨੂੰ ਸਣੇ ਸਰਕਾਰ ਨੂੰ ਦੇਖੋ ਮੈਂ ਕਿਸੇ ਨੂੰ ਕਲੀਨ ਚਿਟ ਨਹੀਂ ਦੇ ਰਿਹਾ ਮੈਂ ਪਹਿਲਾਂ ਕਹਿ ਚੁੱਕਿਆ ਮੈਂ ਤਾਂ ਨਾ ਤਾਂ ਰਾਕੇਸ਼ ਚੌਧਰੀ ਦਾ ਬੁਲਾਰਾ ਨਾ ਮੈਂ ਉਹਦਾ ਵਕੀਲ ਹਾਂ ਮੈਂ ਤਾਂ ਸਿਰਫ ਇੱਕ ਗੱਲ ਕਹਿਣਾ ਜੇਕਰ ਉਸ ਦੇ ਉੱਤੇ ਸੰਗੀਨ ਇਲਜ਼ਾਮ ਸੀ ਤਾਂ ਉਸ ਵਿਅਕਤੀ ਨੂੰ ਕੰਟੀਨਿਊ ਨਹੀਂ ਕਰਨਾ ਚਾਹੀਦਾ ਸੀ ਲੇਕਿਨ ਜਿਹੜਾ ਇੱਥੇ ਅਕਾਲੀ ਦਲ ਕਾਂਗਰਸ ਪਾਰਟੀ ਨੂੰ ਟਾਰਗੇਟ ਕਰਕੇ ਗੱਲ ਕਰ ਰਿਹਾ ਤੇ ਗੱਲ ਕੌਣ ਕਰ ਰਿਹਾ ਜਿਹੜੇ ਵਿਅਕਤੀ ਆਪ ਸੰਗੀਨ ਇਲਜ਼ਾਮਾਂ ਦੇ ਤਹਿਤ ਫਸੇ ਹੋਏ ਨੇ ਜਿਨ੍ਹਾਂ ਦੀ ਹਰਮਸਿਆ ਬਦਨਾਮੀ ਹੈ ਉਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਕਿ ਕਾਂਗਰਸ ਪਾਰਟੀ ਨੂੰ ਟਾਰਗੇਟ ਕਰਨ ਕਿਉਂਕਿ ਕਾਂਗਰਸ ਪਾਰਟੀ ਹਰ ਇਲਜ਼ਾਮ ਨੂੰ ਫੇਸ ਕਰਨ ਲਈ ਹਰ ਇਲਜ਼ਾਮ ਚੋਂ ਪਾਕ ਸਾਫ਼ ਬਾਇਜ਼ਤ ਬਰੀ ਕਰਨ ਦੇ ਲਈ ਵਚਨਬੱਧ ਹੈ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਆ ਇਹਨਾਂ ਨੂੰ ਅਸੀਂ ਜਵਾਬ ਛੋਟਾ ਜਿਹਾ ਸਵਾਲ ਮੈਂ ਉਸ ਤੋਂ ਬਾਅਦ ਅੱਗੇ ਵਧਾਂ ਕਹਿੰਦੇ 5.5 ਰੁਪਏ ਰੇਤਾ ਮਿਲ ਰਿਹਾ ਤਾਂ ਹੀ ਵਿਰੋਧੀਆਂ ਨੂੰ ਬਹੁਤ ਜ਼ਿਆਦਾ ਚਿੰਤਾ ਜਾਂ ਤਕਲੀਫ ਉਹ 5.5 ਕਿਤੇ ਅੱਜ ਦਾ ਮਿਲਣ ਲੱਗਿਆ 5.5 ਰੁਪਏ ਦਾ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਲੋਕਾਂ ਨੂੰ ਮਿਲਦਾ ਰਿਹਾ ਜਿਹੜੇ ਸਾਰੇ ਪੰਜਾਬ ਨੂੰ ਪਤਾ ਮੈਨੂੰ ਦੱਸਣ ਦੀ ਲੋੜ ਨਹੀਂ ਕਾਂਗਰਸ ਪਾਰਟੀ ਨੇ 5.5 ਰੁਪਏ ਰੇਤਾ ਲੈਣ ਦੀ ਖੁੱਲ੍ਹ ਦਿੱਤੀ ਸੀ ਜਿਹੜਾ ਮਰਜ਼ੀ ਜਾਵੇ ਖੜ ਤੋਂ 5.5 ਰੁਪਏ ਭਰ ਲਿਆਵੇ ਇਹਨਾਂ ਨੇ ਇੱਕ ਸਾਲ ਲੁੱਟ ਖਸੁੱਟ ਕਰਕੇ ਰੇਤੇ ਦੇ ਨਾਂ ਤੇ ਪੰਜਾਬ ਨੂੰ ਲੁੱਟਿਆ ਪੰਜਾਬ ਦਾ ਮਾਈਨਿੰਗ ਜਿਹੜਾ ਹੈਗਾ ਮਾਫੀਆ ਤਿਆਰ ਕਰਕੇ ਔਰ ਉਸ ਪੈਸੇ ਦੇ ਨਾਲ ਸਾਰੇ ਮੁਲਕ ਦੇ ਵਿੱਚ ਇਸ਼ਤਿਹਾਰਬਾਜ਼ੀ ਕੀਤੀ ਉਸ ਮੁਲਕ ਦੇ ਨਾਲ ਗੁਜਰਾਤ ਤੇ ਹਿਮਾਚਲ ਜਾ ਕੇ ਉਸ ਪੈਸੇ ਨਾਲ ਇਲੈਕਸ਼ਨਾਂ ਲੜੀਆਂ ਤੇ ਪੰਜਾਬ ਦੇ ਜਿਹੜਾ ਘਾਣ ਕੀਤਾ ਇਹਨਾਂ ਨੇ ਆਮ ਆਦਮੀ ਵਾਲਿਆਂ ਨੇ ਇਹ ਤਾਂ ਆਪਣੇ ਆਪ ਚ ਰਿਕਾਰਡ ਹੈ ਦੁਨੀਆ ਜਾਣਦੀ ਹੈ ਸਾਡੇ ਸਮੇਂ 5.5 ਰੁਪਏ ਮਿਲਦਾ ਰਿਹਾ ਇਹਨਾਂ ਨੇ 5.5 ਦੇ ਕੇ ਕਿਹੜੀ ਨਵੀਂ ਠੀਕ ਹੈ ਮੈਂ ਗਰੇਵਾਲ ਸਾਹਿਬ ਤੋਂ ਇਸ ਦਾ ਜਵਾਬ ਲਵਾਂਗਾ ਮੈਂ ਚੰਨੀ ਦਾ ਰੁਖ ਕਰਦਾ ਚੰਨੀ ਦੇਖੋ ਇੱਕ ਪੁਆਇੰਟ ਇਹ ਵੀ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਿਹਾ ਲਗਾਤਾਰ ਕਿ ਜੇਕਰ ਅਦਾਲਤੀ ਚਾਰਾਜੋਈ ਦੇ ਵਿੱਚ ਪਏ ਰਹੀਏ ਤਾਂ ਸ਼ਾਇਦ ਕਿਉਂਕਿ ਜੇ ਸਮਾਂ ਰਹਿੰਦੇ ਪਹਿਲਾਂ ਹੀ ਠੇਕਾ ਟਰਮੀਨੇਟ ਕਰ ਦਿੱਤਾ ਗਿਆ 18 ਮਾਰਚ ਨੂੰ ਵੈਸੇ ਹੀ ਖਤਮ ਹੋ ਰਿਹਾ ਹੈ ਰਾਕੇਸ਼ ਚੌਧਰੀ ਦਾ ਤਾਂ ਇੱਕ ਇਹ ਵੀ ਜ਼ਰੀਆ ਹੁੰਦਾ ਹੈ ਕਿ ਠੀਕ ਹੈ 1.5 ਮਹੀਨਾ ਹੋਰ ਕੱਢ ਲਓ ਬਜਾਏ ਇਸ ਦੇ ਕਿ ਕੋਈ ਹੋਰ ਪਟੀਸ਼ਨ ਹਾਈ ਕੋਰਟ ਚਲੀ ਜਾਵੇ 1.5 ਮਹੀਨੇ ਤੋਂ ਬਾਅਦ ਕਿਸੇ ਹੋਰ ਨੂੰ ਠੇਕਾ ਦੇਣਾ ਹੀ ਹੈ ਜਾਂ ਉਸ ਨੂੰ ਤੁਸੀਂ ਕਿਸੇ ਹੋਰ ਦੇ ਹੱਥ ਦੇਵੋਗੇ ਕਿ ਇਹ ਵੀ ਵਜ੍ਹਾ ਤੁਹਾਨੂੰ ਨਜ਼ਰ ਆ ਰਹੀ ਹੈ ਮੈਂ ਦੱਸਦਾ ਗੌਰਵ ਜੀ ਗੱਲ ਇਹ ਹੈਗੀ ਹੈ ਕਿ ਦੇਖੋ ਜਿਹੜਾ ਕੰਟਰੈਕਟ ਟਰਮੀਨੇਟ ਕੀਤਾ ਭਗਵੰਤ ਮਾਨ ਸਰਕਾਰ ਨੇ ਕੀਤਾ ਜੀ ਤੇ ਜੇ ਕੋਈ ਇਹੋ ਜਿਹੀ ਕਿੰਤੂ ਪਰੰਤੂ ਆ ਗਿਆ ਤੇ ਇਹਨਾਂ ਨੇ ਅਲਟੀਮੇਟਲੀ ਉਹ ਜਿਹੜਾ ਆਪਦਾ ਟਰਮੀਨੇਸ਼ਨ ਆਰਡਰ ਸੀਗਾ ਸਰਕਾਰ ਦਾ ਉਹਨੂੰ ਡਿਫੈਂਡ ਨਹੀਂ ਕੀਤਾ
ਜਾਂ ਤਾਂ ਆਰਡਰ ਮੈਲਾਫਾਈਡ ਸੀ, ਜਾਂ ਤਾਂ ਉਹ ਤੋਂ ਕੋਈ ਚੀਜ਼ ਐਕਸਟ੍ਰੈਕਟ ਕਰਨੀ ਸੀ, ਤੇ ਜਾਂ ਫਿਰ ਇਹਨਾਂ ਨੇ ਜੇ ਮੰਨ ਲਓ ਸ਼ੋ ਕਾਜ਼ ਨੋਟਿਸ ਨਹੀਂ ਕੀਤਾ, ਫੈਕਟਸ ਤਾਂ ਇਹਨਾਂ ਕੋਲ ਸੀਗੇ ਜਿਹੜੇ ਦੁਬਾਰਾ ਹਾਈ ਕੋਰਟ ਦੇ ਸਾਹਮਣੇ ਰੱਖ ਸਕਦੇ ਸੀ। ਇੱਕ ਗੱਲ। ਦੂਜੀ ਗੱਲ ਇਹ ਕਹਿੰਦੇ ਜੀ ਅਸੀਂ ਮਾਨਯੋਗ ਹਾਈ ਕੋਰਟ ਦਾ ਬਹੁਤ ਜ਼ਿਆਦਾ ਆਦਰ ਮਾਨ ਕਰਦੇ, ਉਹ ਤਾਂ ਸਾਰੇ ਕਰਦੇ ਆ, ਪਰ ਕੋਈ ਹਾਈ ਕੋਰਟ ਇਹ ਨਹੀਂ ਕਰਦਾ ਵੀ ਅਸੀਂ ਇੰਨੇ ਨੂੰ ਲੈ ਕੇ ਸਾਨੂੰ ਕੁਝ ਨਹੀਂ ਪਤਾ ਕੀ ਕਰਨਾ ਹੈ, ਤੇ ਜਿਹੜੀ ਸਰਕਾਰ ਚਲਾਉਣੀ ਹੈ ਉਹ ਹਾਈ ਕੋਰਟ ਚਲਾਵੇ। ਜਾਂ ਤਾਂ ਫਿਰ ਸਾਰੇ ਅਸਤੀਫੇ ਦੇ ਦੇ, ਆਨਰੇਬਲ ਹਾਈ ਕੋਰਟ ਨੂੰ ਰਿਕੁਐਸਟ ਕਰ ਦੇਣ ਜੀ ਸਰਕਾਰ ਤੁਸੀਂ ਚਲਾਓ ਜਿਵੇਂ ਤੁਸੀਂ ਚੱਲਣਾ ਠੀਕ। ਹਾਈ ਕੋਰਟ ਨੇ ਤੁਹਾਡੀਆਂ ਜਿਹੜੀਆਂ ਗਲਤੀਆਂ ਠੀਕ ਕਰਨੀਆਂ ਹੁੰਦੀਆਂ, ਹਾਈ ਕੋਰਟ ਨੇ ਸਰਕਾਰ ਨਹੀਂ ਚਲਾਣੀ। ਜੇ ਪਹਿਲਾਂ ਬਾਰਡਰ ਦੇ ਵਿੱਚ ਮਾਈਨਿੰਗ ਬੰਦ ਹੋਈ, ਫਿਰ ਸਾਰੇ ਪੰਜਾਬ 'ਚ ਬੰਦ ਹੋਈ, ਉਹ ਹਾਈ ਕੋਰਟ ਨੇ ਕਰਵਾਈ, ਉਹ ਇਹਨਾਂ ਦੀਆਂ ਨਲਾਇਕੀਆਂ ਕਰਕੇ ਬੰਦ ਹੋਈ। ਫਿਰ ਤੁਸੀਂ ਇਹ ਦੇਖੋ, ਪਹਿਲਾਂ 5.5 ਰੇਤਾ ਕਦੇ 5.5 ਵੀ ਨਹੀਂ ਮਿਲਿਆ, ਜੋ ਚੰਨੀ ਵੇਲੇ ਉਹ ਵੀ ਸਾਰੇ ਜਾਣਦੇ ਆ, ਤੇ ਰੇਤਾ ਹੁਣ ਵੀ ਨਹੀਂ ਮਿਲਣਾ। ਤੇ ਜੇ ਹੁਣ ਜਦੋਂ ਟਰੈਕਟਰ ਵਿੱਚ ਨਹੀਂ ਹੈਗਾ, ਤੇ ਫਿਰ ਆਪਾਂ ਰੇਤਾ ਨਵੀਂ ਗੱਲ ਸੁਣ ਲਓ, ਕਹਿੰਦੇ ਸਾਰੇ ਜਾਣਦੇ ਆ, ਤੁਸੀਂ ਨਹੀਂ ਜਾਣਦੇ ਮਹਾਰਾਜ, ਸਾਰਾ ਪੰਜਾਬ ਜਾਣਦਾ। ਮਿਲਦਾ ਰਿਹਾ ਸਮਾਂ ਮੇਰੇ ਬਹੁਤ ਬੁਰਾ ਹੈ। ਚੰਨੀ ਨੇ ਇੱਕ ਵਾਰੀ ਕੰਪਲੀਟ ਕਰ ਲੈਣਾ, ਭਤੀਜੇ ਦੇ ਭਾਂਜੇ ਦੇ ਘਰੋਂ, ਉਹ ਵੀ ਸਾਰਿਆਂ ਨੂੰ ਪਤਾ। ਮੇਰੀ ਗੱਲ ਸੁਣੋ ਤੁਸੀਂ, ਇਹ ਜੇ ਹੁਣ ਵੀ ਨਹੀਂ ਮਿਲਣਾ, ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਇਹਨਾਂ ਦਾ ਇਹੀ ਹਾਲ ਰਿਹਾ ਤੇ ਪੰਜਾਬ ਦਾ ਜਿਹੜਾ ਪੂਰਾ ਜਿਹੜਾ ਸਿਸਟਮ ਹੈਗਾ ਉਹ ਸਾਰਾ ਖਰਾਬ ਹੋਏਗਾ। ਤੇ ਜੇ ਹਾਈ ਕੋਰਟ ਨੇ ਸਾਰਾ ਪੰਜਾਬ ਰਨ ਕਰਦਾ, ਤੇ ਹੁਣ ਇਹ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਇਹਦੇ ਵਿੱਚ ਮਾਈਨਿੰਗ ਨਹੀਂ ਹੋਣੀ, ਜਿਹੜਾ ਡੇਰਾਬੱਸੀ ਬੰਦਾ ਕਰਦਾ ਉਹਦੇ ਜਿਹੜੇ ਮਾਰਕੀਟ ਨੇ ਮਾਰੇ, ਜ਼ਿੰਮੇਵਾਰੀ ਕਿਹਦੀ ਹੈ? ਸਰ ਮੈਂ ਜਵਾਬ ਲੈ ਲਵਾਂ, ਗਰੇਵਾਲ ਸਾਹਿਬ ਜੀ। ਦੇਖੋ ਜੀ, 31 ਮਾਰਚ ਨੂੰ ਟੰਟਾ ਮੁੱਕ ਜਾਣਾ। ਮਾਨਯੋਗ ਚੀਫ ਜਸਟਿਸ ਆਫ ਇੰਡੀਆ ਪ੍ਰਧਾਨ ਮੰਤਰੀ ਦੀ ਹਾਜ਼ਰੀ 'ਚ ਕਹਿ ਚੁੱਕੇ ਕੋਰਟਸ ਦੀਆਂ ਗੱਲਾਂ ਸਰਕਾਰਾਂ ਨਹੀਂ ਸੁਣ ਰਹੀਆਂ। ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੂੰਗਾ ਜੀ। ਪੰਜਾਬ ਦੇ ਵਿੱਚ ਮਾਨ ਸਾਹਿਬ ਵਚਨਬੱਧ ਨੇ, ਭਾਵੇਂ ਉਹ ਗੈਂਗਸਟਰਵਾਦ ਹੈ, ਭਾਵੇਂ ਉਹ ਨਸ਼ਾ ਹੈ, ਭਾਵੇਂ ਉਹ ਮਾਈਨਿੰਗ ਵਰਗੀ ਪ੍ਰਵਿਰਤੀ ਹੈ ਜਿੱਥੇ ਪਾਕ ਪੰਜਾਬੀਆਂ ਨੂੰ ਲੁੱਟਿਆ ਗਿਆ, ਇਹ ਜਾਂਦੇ ਚੋਰ ਦੀ ਤੜਾਗੀ ਹੈ। ਅਸੀਂ ਇਹ ਤੇ ਹਮਲੇ ਕਰ ਰਹੇ ਹਾਂ ਐਂਡ ਪੰਜਾਬ ਦੇ ਵਿੱਚ ਸਿੱਖਿਆ ਤੇ ਹੈਲਥ ਤੇ ਐਗਰੀਕਲਚਰ ਤੇ ਇੰਡਸਟਰੀ ਤੇ ਕੰਮ ਹੋ ਰਿਹਾ। ਹੁਣ ਲੁੱਟਾਂ ਬੰਦ ਹੋ ਗਈਆਂ। ਜੋ ਵੀ ਇਹ ਨਵੇਂ ਕੋਈ ਲੱਭ ਕੇ ਲਿਆਉਣ ਕੋਰੀਓਗ੍ਰਾਫੀਆਂ, ਜੋ ਵੀ ਲੱਭ ਕੇ ਲਿਆਉਣ, ਪਰ ਗੱਲ ਇਹ ਹੈ ਕੋਰਟ ਐਡਰੈਸ ਕਰ ਰਹੇ ਨੇ। ਅਸੀਂ ਵਚਨਬੱਧ ਹਾਂ। ਲੋਕਾਂ ਨੂੰ ਨਹਿਰਾਂ ਤੋਂ ਸਿਰਤਾ ਮਿਲਣ ਲੱਗ ਗਿਆ, ਲੋਕ ਜਾਣਦੇ ਆ। ਠੀਕ ਹੈ, ਚਲੋ ਸਰ, ਉਮੀਦ ਹੈ ਜਿਹੜੇ ਤੁਸੀਂ ਦਾਅਵੇ ਕਰ ਰਹੇ ਹੋ ਜ਼ਮੀਨੀ ਹਕੀਕਤ ਦੇ ਉੱਤੇ ਵੀ ਨਜ਼ਰ ਆਉਣ। ਪਰ ਨਕਲੇਸ਼ ਜੀ, ਬਹੁਤ ਛੋਟਾ ਜਿਹਾ ਕਮੈਂਟ, ਬਹੁਤ ਘੱਟ ਟਾਈਮ ਮੇਰੇ ਕੋਲ ਹੈ। ਮੈਂ ਦੇਖੋ, ਮੈਂ ਇੱਕ ਚੀਜ਼ ਤੁਹਾਡੇ ਤੋਂ ਲੋਕ ਵੀ ਸਮਝਣਾ ਚਾਹੁੰਦੇ ਹੋਣਗੇ ਕਿ ਜਿਸ ਫਰਮ ਦੇ ਕੋਲ 1.5 ਮਹੀਨੇ ਦਾ ਹੀ ਸਮਾਂ ਬਾਕੀ ਹੈ ਉਹਨਾਂ ਦੇ ਕੰਟਰੈਕਟ ਦਾ, ਉਸ ਦੇ ਉੱਤੇ ਸਾਰੇ ਇਲਜ਼ਾਮ ਹੈ। ਉਹ ਤਾਂ 18 ਤਰੀਕ ਨੂੰ ਕਹਿ ਰਿਹਾ ਕਿ ਮੇਰਾ ਠੇਕਾ ਹੀ ਖਤਮ ਹੋ ਜਾਣਾ। ਗੱਲ ਖਤਮ। ਗੌਰਵ ਜੀ, ਆਪਾਂ ਉਰੀ ਗੱਲ ਤਾਂ ਪਰਚਾ ਕਦੋਂ ਦਾ ਹੈ? 25/1/2022 ਦਾ। 1 ਸਾਲ ਹੋ ਗਿਆ, 1.5 ਮਹੀਨਾ ਨਹੀਂ, 1 ਸਾਲ। ਜਿਹੜੀ ਇੱਕ ਟੈਂਟਡ ਫਰਮ ਹੈ ਜਿਹਦੇ ਉੱਤੇ ਪਰਚੇ ਨੇ 4-5, ਉਹਨੂੰ 1 ਸਾਲ ਕੰਟੀਨਿਊ ਕਰਾ ਕੇ। ਰਾਕੇਸ਼ ਚੌਧਰੀ ਨੂੰ ਤੁਸੀਂ ਸੁਣਿਆ ਹੋਵੇਗਾ, ਰਾਕੇਸ਼ ਚੌਧਰੀ ਕਹਿੰਦੇ ਨਹੀਂ, ਦੇਖੋ ਇੱਕ ਫੈਕਟ ਹੈ ਨਾ ਕਿ ਜੇ ਇਲਜ਼ਾਮ ਕਿਸੇ ਦੇ ਉੱਤੇ ਲੱਗ ਗਏ ਤਾਂ ਉਹ ਕਸੂਰਵਾਰ ਨਹੀਂ ਹੋਗਾ, ਦੋਸ਼ੀ ਨਹੀਂ ਹੋ ਗਿਆ। ਇਲਜ਼ਾਮ ਲਾਇਕ ਹੀ ਨੇ, ਇਸੇ ਸਰਕਾਰ ਨੇ ਲਾਏ ਪਰਚੇ। ਪਰ ਇੱਕ ਮਿੰਟ ਗੌਰ, ਆਪਾਂ ਰਾਕੇਸ਼ ਚੌਧਰੀ ਦੀ ਗੱਲ ਕਰ ਲਈਏ। ਇਲਜ਼ਾਮ ਲਾਏ ਕਿਹਨੇ? ਇਸੇ ਸਰਕਾਰ ਨੇ ਲਾਏ। ਪਰਚੇ ਕਿਹਨੇ ਕੀਤੇ? CBI ਨੇ ਕੀਤੇ, ਫਿਰ ਇਸ ਸਰਕਾਰ ਨੇ ਕੀਤੇ। ਹਾਈ ਕੋਰਟ ਦੇ ਵਿੱਚ ਜਾ ਕੇ ਆਪਣਾ ਟਰਮੀਨੇਸ਼ਨ ਆਰਡਰ ਵਿਡਰਾਅ ਕਿਹਨੇ ਕੀਤਾ? ਵਾਪਸ ਕਿਹਨੇ ਲਿਆ? ਇਹ ਸਰਕਾਰ ਨੇ ਲਿਆ। 1.5 ਸਾਲ ਮਾਈਨਿੰਗ ਕਰਨ ਦੀ ਖੁੱਲ੍ਹ ਦਿੱਤੀ। ਪਰ ਅੱਜ ਸਵਾਲ ਤਾਂ ਇਹ ਉੱਠਦਾ ਹੈ ਕਿ ਇਹ ਜਿਹੜੇ ਬੈਠੇ ਨੇ ਬੰਦੇ, ਇਹਨਾਂ ਨੇ 1.5 ਸਾਲ ਇੱਕ ਟੈਂਟਡ ਬੰਦੇ ਤੋਂ ਮਾਈਨਿੰਗ ਕਰਾਈ, ਪਰਚੇ ਦਿੱਤੇ, ਟਰਮੀਨੇਟ ਕੀਤਾ, ਟਰਮੀਨੇਸ਼ਨ ਆਰਡਰ ਆਪ ਹੀ ਵਿਡਰਾਅ ਕਰ ਲਿਆ, ਤੇ ਕੋਰਟਾਂ ਦਾ ਤਾਂ ਰੈਫਰੈਂਸ ਕਿਤੇ ਹੈ ਹੀ ਨਹੀਂ। ਤੁਸੀਂ ਆਪ ਹੀ ਟਰਮੀਨੇਟ ਕਰਕੇ ਆਪ ਹੀ ਵਿਡਰਾਅ ਕਰ ਲਿਆ, ਉਹਨੂੰ ਮਾਈਨਿੰਗ ਕੰਟੀਨਿਊ ਕਰਾਤੀ। ਇਹਦਾ ਕੌਣ ਜਵਾਬ ਦੂ? 1.5 ਸਾਲ। ਔਰ ਦੂਜੀ ਗੱਲ ਦੇਖੋ, ਮੈਂ ਕਾਂਗਰਸ ਦੇ ਪ੍ਰਵਕਤਾ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਕਾਂਗਰਸ ਪਾਰਟੀ ਨੂੰ ਰਾਕੇਸ਼ ਚੌਧਰੀ ਤੇ ਚਾਂਟਕ ਦੇ ਨਾਂ ਤੇ ਇੰਨੀ ਮਿਰਚਾਂ ਕਿਸ ਗੱਲ ਦੀਆਂ ਨੇ? ਤੁਹਾਨੂੰ ਮਜੀਠੀਆ ਦੇ ਨਾਂ ਤੇ ਕਿਉਂ ਲੜਦੀਆਂ ਮਿਰਚਾਂ? ਔਰ ਤੁਸੀਂ ਕਰਦੇ ਹੋ ਇੱਕ ਕੱਲਾ ਮਜੀਠੀਆ ਤੁਹਾਡੀ ਸਾਰੀ ਪਾਰਟੀ ਨੂੰ ਲੈ ਕੇ ਲੈ ਗਿਆ। ਆ ਬੈਠੇ ਇੱਕ ਬੰਦਾ ਪੰਥਕ ਪਾਰਟੀ ਦਾ ਨੁਮਾਇੰਦਾ ਹੋਵੇ, ਉਹਦੇ ਨਸ਼ੇ ਵੇਚਣ ਵੰਡਣ ਤੇ ਵਰਤਣ ਦੇ ਇਲਜ਼ਾਮ ਦੱਸੋ, ਕਮਾਲ ਦੀ ਗੱਲ ਹੈ। ਸ਼ਰਾਬ ਕਿਹਦੇ ਏਰੀਆ ਸਾਡੇ ਤੇ ਤੁਹਾਡੇ ਏਰੀਆ 'ਚ ਵਿਕੀ ਸੀ ਬੰਦਾ ਤੁਹਾਡਾ ਅੰਦਰ ਰਹਿ ਕੇ ਆਇਆ, ਮੈਂ ਕਿਹੜੇ ਇਲਜ਼ਾਮਾਂ ਤੇ ਰਹਿ ਕੇ ਆਇਆ? ਤੁਹਾਡੇ ਏਰੀਆ 'ਚ ਇਲਜ਼ਾਮਾਂ ਤੇ ਰਹਿ ਕੇ ਆਇਆ। ਤੁਹਾਡੇ ਏਰੀਆ 'ਚ ਵਿਕੀ ਸੀ ਨਜਾਇਜ਼ ਸ਼ਰਾਬ, ਬੰਦੇ ਉੱਥੇ ਹੀ ਮਰੇ ਸੀ। ਕਰੋ ਯਾਰ, ਨੀਲੀਆਂ ਕਾਂਗਰਸ ਨੇ ਪੱਗਾਂ ਤੁਸੀਂ ਨਸ਼ੇ ਵੇਚੇ। ਆਪਾਂ ਹੋਰ ਪਾਸੇ ਅੱਜ ਸਹੀ ਵਿਕੀ ਨਾ। ਚਲੋ ਠੀਕ ਹੈ, ਕਲੇਰ ਜੀ ਔਰ ਕੰਵਰ ਜੀ, ਦੇਖੋ ਅੱਜ ਲੋਕਾਂ ਨੂੰ ਸਭ ਪਤਾ ਹੈ। ਚਲੋ ਠੀਕ ਹੈ, ਮੈਨੂੰ ਵਾਈਂਡ ਅਪ ਕਰਨਾ ਹੋਏਗਾ। ਮੈਂ ਮਾਫੀ ਚਾਹ ਰਿਹਾ, ਤੁਹਾਨੂੰ ਵਿਚਾਲੇ ਰੋਕ ਰਹੇ ਹਾਂ। ਸਭ ਨੇ ਦੇਖਿਆ, ਮਾਈਨਿੰਗ ਦੇਖੀ, ਸਭ ਦੇਖਿਆ ਲੋਕਾਂ ਨੇ। ਠੀਕ ਹੈ, ਚਲੋ ਆਪਾਂ ਕਿਸੇ ਦਿਨ ਸ਼ਰਾਬ ਦੇ ਉੱਤੇ ਜਾਂ ਹੋਰ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ। ਡਰੱਗਸ ਦੇ ਮੁੱਦੇ ਉੱਤੇ ਲਗਾਤਾਰ ਆਪਣੀ ਗੱਲ ਹੁੰਦੀ ਰਹੀ ਹੈ। ਠੀਕ ਹੈ ਕਲੇਰ ਜੀ ਔਰ ਕੰਵਰ ਜੀ, ਮੈਂ ਮਾਫੀ ਚਾਹੁੰਦਾ, ਵਿਚਾਲੇ ਤੁਹਾਨੂੰ ਰੋਕ ਰਿਹਾ, ਆਪਾਂ ਨੂੰ ਵਾਈਂਡ ਅਪ ਕਰਨਾ ਹੋਏਗਾ। ਚੰਨੀ ਜੀ ਬਹੁਤ ਬਹੁਤ ਧੰਨਵਾਦ। ਗਰੇਵਾਲ ਸਾਹਿਬ ਤੁਹਾਡਾ ਵੀ ਧੰਨਵਾਦ। ਮੁੱਦਾ ਬਹੁਤ ਗੰਭੀਰ ਹੈ, ਆਪਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਇਸ ਦੇ ਉੱਤੇ ਗੱਲਬਾਤ ਹੁੰਦੀ ਹੈ। ਖੈਰ, ਜਦੋਂ ਆਮ ਤੌਰ ਤੇ ਆਪਾਂ ਚਰਚਾ ਦੇ ਵਿੱਚ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਆਪਣੇ ਟਾਈਮ ਦੇ ਵਿੱਚ ਬੋਲਦੇ ਰਹੀਏ ਤਾਂ ਸ਼ਾਇਦ ਲੋਕਾਂ ਤੱਕ ਆਪਣੀ ਗੱਲ ਜ਼ਿਆਦਾ ਪਹੁੰਚੇਗੀ। ਮਾਈਨਿੰਗ ਦਾ ਮੁੱਦਾ ਹੈ,
ਬਹੁਤ ਪੈਸਾ ਜੁੜਿਆ ਹੁੰਦਾ ਹੈ ਮਾਈਨਿੰਗ ਦੇ ਨਾਲ, ਹਮੇਸ਼ਾ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ। ਬਵਾਲ ਇੱਕ ਵਾਰ ਫਿਰ ਤੋਂ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਨਹੀਂ, ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ।